मैं गावा। तू साहिब गुणी निधाना, तुमरी महिमा बरन ना सकूं। तू ठाकुर ऊच भगवाना, ज्ञान ध्यान किछ कर्म ना जाना। नाहिन निर्मल करनी, साध संगत के अंचल लावहो। बिखम नदी जाए तरणी। जुग जुग अटल शब्द गुरु ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਗੁਰ ਇਤਿਹਾਸ ਤੇ ਗੁਰ ਸਿਧਾਂਤ ਨਾਲ ਸਾਂਝ ਪਾਉਣ ਲਈ ਜੁੜ ਬੈਠੀ ਗੁਰੂ ਕੀ ਸੰਗਤ ਸਿਮਰ ਫਤਿਹ ਪ੍ਰਵਾਨ ਕਰਨੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਰਮੇਸ਼ਰ ਜੀ ਦੀ ਅਪਾਰ ਕਿਰਪਾ ਸਦਕਾ, ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਦੀ ਵਿਚਾਰ ਆਰੰਭੀ ਸੀ ਲੜੀਵਾਰ। ਉਸ ਲੜੀ ਵਿੱਚ ਅੱਜ ਆਸਾ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 485 ਤੇ ਸੁਭਾਏਮਨ ਸ਼ਬਦ, ਉਸ ਦੇ ਵਿਚਾਰ ਆਪਾਂ ਰਲ ਮਿਲ ਕੇ ਕਰਨ ਦਾ ਯਤਨ ਕਰਾਂਗੇ। ਪਹਿਲਾਂ ਸ਼ਬਦ ਦਾ ਪਾਠ ਕਰਾਂਗੇ ਜੀਓ, ਉਸ ਤੋਂ ਬਾਅਦ ਅਖਰੀ ਅਰਥ, ਫਿਰ ਆਪਾਂ ਭਾਵ ਅਰਥ। ਆਸਾ ਸਾਂਪ ਕੁੰਚ ਛੋੜੈ, ਬਿਖ ਨਹੀਂ ਛਾੜੈ। ਉਦਕ ਮਾਹੇ ਜੈਸੇ ਬਗ ਧਿਆਨ ਮਾਂਡੈ। ਕਾਹੇ ਕੋ ਕੀਜੈ ਧਿਆਨ ਜਪਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਰਹਾਉ ਸਿੰਘਚ ਭੋਜਨ ਜੋ ਨਰ ਜਾਣੈ, ਐਸੇ ਹੀ ਠਗ ਦਿਓ ਬਖਾਨੈ। ਨਾਮੇ ਕੇ ਸੁਆਮੀ ਲਾਹੇ ਲੈ ਝਗਰਾ, ਰਾਮ ਰਸਾਇਨ ਪਿਓ ਰੇ ਦਗਰਾ। ਨਾਮੇ ਕੇ ਸੁਆਮੀ ਲਾਹੇ ਲੈ ਝਗਰਾ, ਰਾਮ ਰਸਾਇਨ ਪਿਓ ਰੇ ਦਗਰਾ। ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਰਸਮੀ ਤੌਰ ਤੇ ਮਨੁੱਖ ਜੋ ਧਰਮ ਕਰਮ ਦੇ ਕੰਮ ਕਰਦਾ ਹੈ, ਸਮਾਧੀਆਂ ਲਗਾਉਣੀਆਂ, ਜਪ ਤਪ ਕਰਨੇ, ਨੇਮ ਸੰਜਮ ਕਰਨੇ, ਲੇਕਿਨ ਉਹ ਧਰਮ ਦੇ ਕਰਮ ਵੀ ਬਾਹਰ ਸੰਸਾਰਿਕ ਤੌਰ ਤੇ ਸੰਸਾਰ ਨੂੰ ਦਿਖਾਉਣ ਲਈ ਕਰੀ ਜਾਂਦਾ, ਤਾਂ ਕਿ ਉਹਦੇ ਧਰਮੀ ਹੋਣ ਦਾ ਪ੍ਰਭਾਵ ਜਗਤ ਤੇ ਪਵੇ। ਲੇਕਿਨ ਉਹ ਮਨ ਕਰਕੇ ਭੈੜੇ ਮੈਲੇ ਕੁਚੈਲੇ ਫੁਰਨਿਆਂ ਦਾ ਵੀ ਸਾਥ ਨਹੀਂ ਛੱਡਦਾ। ਵਲ ਛਲ ਕਪਟ ਔਰ ਵਿਸ਼ੇ ਵਿਕਾਰਾਂ ਦੇ ਭੋਗ ਜਿਹੜੇ ਨੇ, ਉਹਨਾਂ ਵੱਲ ਵੀ ਚਿੱਤ ਜੋੜੀ ਰੱਖਦਾ ਹੈ। ਸੁਰਤ ਜਿਹੜੀ ਹੋਈ ਹੈ, ਮਨ ਜਿਹੜਾ ਉਧਰ ਹੀ ਜੁੜਿਆ ਹੁੰਦਾ ਹੈ। ਬਾਹਰੋਂ ਦਿਖਾਉਣ ਨੂੰ ਸਰੀਰ ਦੇ ਨਾਲ ਉਹ ਧਰਮ ਦੇ ਕਰਮ ਦੇ ਕੰਮ ਕਰਦਾ। ਸੋ ਰਹਾਉ ਦੇ ਬੰਦ ਵਿੱਚ ਜੋ ਭਗਤ ਜੀ ਸਮਝਾ ਰਹੇ ਨੇ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਕਹਿੰਦੇ ਗਿਆਨ ਧਿਆਨ ਸਮਾਧੀਆਂ ਕਿਹਨੂੰ ਦਿਖਾਉਣ ਲਈ ਲਗਾ ਰਹੇ ਆ? ਜੇ ਇਹ ਲਗਾਉਣ ਦੇ ਬਾਅਦ, ਐਸੇ ਕਰਮ ਕਰਨ ਦੇ ਬਾਅਦ ਤੇਰਾ ਮਨ ਹੀ ਸ਼ੁੱਧ ਨਹੀਂ ਹੋਇਆ, ਮਨ ਨਿਰਮਲ ਨਹੀਂ ਹੋਏ, ਮਨ ਦੇ ਵਿਚਾਰ ਸਵੱਛ ਨਹੀਂ ਹੋਏ। ਸੋ ਪਹਿਲੀ ਪੰਕਤੀ ਵਿੱਚ ਸ਼ਬਦ ਦੇ ਬਖਸ਼ਿਸ਼ ਕਰ ਰਹੇ ਨੇ, ਸਾਂਪ ਕੁੰਚ ਛੋੜੈ, ਬਿਖ ਨਹੀਂ ਛਾੜੈ। ਉਦਕ ਮਾਹੇ ਜੈਸੇ ਬਗ ਧਿਆਨ ਮਾਂਡੈ। ਸਾਂਪ ਸੱਪ, ਕੁੰਚ ਉਹਦੀ ਜਿਹੜੀ ਆਊਟਰ ਸਕਿਨ ਹੁੰਦੀ, ਬਾਹਰ ਦੀ ਪਤਲੀ ਜੀ, ਬਿਖ ਜ਼ਹਿਰ। ਕਹਿੰਦੇ ਸੱਪ ਜਿਹੜਾ ਹੈ ਸਮੇਂ ਸਮੇਂ ਤੇ ਆਪਣੇ ਸਰੀਰ ਦੀ ਜਿਹੜੀ ਬਾਹਰ ਦੀ ਚਮੜੀ, ਜਿਹਨੂੰ ਕੁੰਚ ਆਖਦੇ ਨੇ, ਕਹਿੰਦੇ ਉਹਨੂੰ ਤਿਆਗਦਾ। ਕਿਸੇ ਪੱਥਰ ਨਾਲ ਜਾਂ ਕਿਸੇ ਸਖਤ ਚੀਜ਼ ਨਾਲ ਉਹ ਅੜ ਕੇ ਆਪਣੀ ਸਰੀਰ ਨੂੰ, ਬਾਡੀ ਨੂੰ, ਉਹ ਸਕਿਨ ਉੱਥੇ ਅੜੀ ਰਹਿੰਦੀ ਹੈ, ਉਹ ਬਾਹਰ ਕੱਢ ਕੇ ਉੱਥੋਂ ਛੱਡ ਕੇ ਚਲਾ ਜਾਂਦਾ। ਉਦਕ ਆਖਦੇ ਨੇ ਜਲ ਨੂੰ, ਜਲ ਦੇ ਸਰੋਤ।
ਜਿਵੇਂ ਟੋਬਿਆਂ ਤੇ ਤਲਾਬਾਂ ਤੇ ਮਾਹੇ ਵਿੱਚ, ਜੈਸੇ ਜਿਸ ਤਰ੍ਹਾਂ ਬਗ ਬਗਲਾ ਧਿਆਨ ਧਿਆਨ ਜੋੜਨਾ, ਮਾਂਡੈ ਧਿਆਨ ਲਗਾਉਣਾ। ਕਹਿੰਦੇ ਜਿਵੇਂ ਜਲ ਦੇ ਸਰੋਵਰਾਂ ਤੇ ਤਲਾਬਾਂ ਦੇ ਕੰਢੇ ਬਗਲੇ ਜਿਹੜੇ ਬਾਹਰੋਂ ਦੇਖਣ ਨੂੰ ਸਰੀਰ ਕਰਕੇ ਰੰਗ ਕਰਕੇ ਹੰਸਾਂ ਨਾਲ ਮਿਲਦੇ ਨੇ, ਕਹਿੰਦੇ ਉਹ ਅੱਖਾਂ ਮੀਟ ਕੇ ਇੱਕ ਪੈਰ ਤੇ ਵੀ ਖੜੇ ਹੋ ਜਾਂਦੇ ਨੇ। ਦੇਖਣ ਵਾਲੇ ਨੂੰ ਇਹ ਪ੍ਰਭਾਵ ਹੋਏ ਕਿ ਪਤਾ ਨਹੀਂ ਕਿੱਥੇ ਇਹ ਸੁਰਤ ਜੋੜ ਕੇ ਬੈਠੇ ਨੇ, ਲੇਕਿਨ ਉਹਨਾਂ ਦਾ ਸਾਰਾ ਧਿਆਨ ਹੁੰਦਾ ਵੀ ਕੋਈ ਮਾੜੀ ਜਿਹੀ ਵੀ ਪਾਣੀ ਵਿੱਚ ਕਿਸੇ ਜੀਵ ਦੇ ਚੱਲਣ ਦੀ ਨੇੜੇ ਹਿਲਜੁਲ ਹੋਵੇ, ਡੱਡੂ ਮੱਛੀ ਦੀ, ਉਹ ਝਪੱਟਾ ਮਾਰ ਕੇ ਫਟ ਆਪਣੀ ਚੁੰਝ ਵਿੱਚ ਉਸ ਨੂੰ ਗਰਾਸ ਬਣਾ ਲੈਂਦੇ ਨੇ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਸੋ ਇੱਕ ਮਿਸਾਲ ਦਿੱਤੀ ਹੈ ਉਹਨਾਂ ਨੇ, ਬਹੁਤ ਖੂਬਸੂਰਤ ਹੈ, ਦੋ ਬਲਕਿ ਆ ਸੱਪ ਦੀ ਵੀ ਤੇ ਬਗਲੇ ਦੀ ਵੀ। ਕਹਿੰਦੇ ਜੇ ਦਿਖਾਵੇ ਦੇ ਵਿੱਚ ਧਰਮ ਕਰਮ ਦੇ ਕੰਮ ਕਰਕੇ, ਕਰਮ ਕਾਂਡ ਕਰਕੇ ਆਪਣੇ ਧਰਮੀ ਹੋਣ ਦਾ ਜਗਤ ਤੇ ਪ੍ਰਭਾਵ ਪਾ ਰਹੇ ਹੋ, ਤੇ ਮਨ ਵਿੱਚ ਸੱਪ ਵਾਂਗ ਜ਼ਹਿਰ ਭਰੀ ਹੋਈ ਹੈ, ਬਾਹਰੋਂ ਲਿਬਾਸ ਬੇਸ਼ੱਕ ਤੁਸੀਂ ਚੰਗਾ ਧਾਰਨ ਕੀਤਾ ਹੋਇਆ, ਤੇ ਬਗਲੇ ਵਾਂਗ ਸਮਾਧੀਆਂ ਵੀ ਲਾਈਆਂ, ਲੇਕਿਨ ਜਿਵੇਂ ਉਹ ਡੱਡੂ ਮੱਛੀਆਂ ਨੂੰ ਸ਼ਿਕਾਰ ਬਣਾਉਣ ਦਾ ਹਮੇਸ਼ਾ ਉਹਦੇ ਸੁਰਤ ਧਿਆਨ ਉਧਰ ਹੁੰਦਾ ਹੈ। ਕਹਿੰਦੇ ਜੇ ਲੋਕਾਂ ਨੂੰ ਵਲ ਛਲ ਕਰਕੇ ਠੱਗਣ ਦੀ, ਆਪਣੇ ਪਾਪਾਂ ਦੇ ਕਰਮਾਂ 'ਚ ਉਹਨਾਂ ਦਾ ਗਰਾਸ ਬਣਾਉਣ ਦੀ ਐਸੀ ਤੁਹਾਡੀ ਬਿਰਤੀ ਹੈ, ਤਾਂ ਕਹਿੰਦੇ ਫਿਰ ਜੋ ਤੁਸੀਂ ਧਿਆਨ ਸਮਾਧੀਆਂ ਲਗਾ ਰਹੇ ਹੋ, ਕਿਸ ਲਈ ਲਗਾ ਰਹੇ ਹੋ, ਇਹਦਾ ਕੋਈ ਅਰਥ ਨਹੀਂ, ਵਿਅਰਥ ਹੈ ਤੁਹਾਡੇ ਕੀਤਾ ਹੋਇਆ ਸਾਰਾ ਕੰਮ। ਜੇ ਧਰਮ ਕਰਮ ਦੇ ਕਰਮ ਕਰਨ ਨਾਲ ਮਨ ਹੀ ਨਿਰਮਲ ਨਹੀਂ ਹੋਇਆ, ਤੇ ਕਹਿੰਦੇ ਸਾਰੇ ਕੰਮ ਵਿਅਰਥ ਨੇ। ਸਿੰਘ 'ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਜੋ ਬਖਾਨੇ। ਆਪਾਂ ਸਾਰੇ ਜਾਣਦੇ ਹਾਂ ਕਿ ਸ਼ੇਰ ਜਿਹੜਾ ਹੈ, ਔਰ ਉਹ ਸ਼ੇਰ ਦੀ ਕੈਟੇਗਰੀ ਦੇ ਹੋਰ ਵੀ ਜਿਹੜੇ ਜੀਵ ਨੇ, ਚੀਤਾ ਹੋ ਗਿਆ, ਕਈ ਤਰ੍ਹਾਂ ਦੇ ਤੇਂਦੂਆ ਹੋ ਗਿਆ, ਇਹ ਸਾਰੇ ਮਾਸਾਹਾਰੀ ਜੀਵ ਨੇ, ਔਰ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਨੇ ਕਿ ਕੋਈ ਜੀਵ ਇਹਨਾਂ ਦੀ ਕਾਬੂ ਵਿੱਚ ਆ ਜਾਵੇ ਤੇ ਉਹਨੂੰ ਮਾਰ ਕੇ ਖਾ ਜਾਈਏ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜੇ ਬਾਹਰੋਂ ਕੋਈ ਸਮਾਧੀਆਂ ਲਗਾ ਰਿਹਾ ਹੈ, ਗਿਆਨ ਧਿਆਨ ਜਾਪ ਤਾਪ ਦੇ ਕਰਮ ਕਰ ਰਿਹਾ ਹੈ, ਲੇਕਿਨ ਉਹਦੀ ਸੁਰਤੀ ਇਹੀ ਹੈ ਕਿ ਕਿਹਨੂੰ ਵਲ ਛਲ ਕੇ ਆਪਣਾ ਗਰਾਸ ਬਣਾਇਆ ਜਾਵੇ, ਸ਼ਿਕਾਰ ਬਣਾਇਆ ਜਾਵੇ। ਕਹਿੰਦੇ ਐਸੇ ਲੋਕਾਂ ਨੂੰ ਤਾਂ ਜਗਤ ਵੀ ਠੱਗਾਂ ਦਾ ਸਿਰਮੌਰ ਸਿਰਦਾਰ ਆਖੇਗਾ, ਕਿ ਜਿਹੜੇ ਬਾਹਰੋਂ ਚਿੱਟੇ ਕੱਪੜੇ ਪਾ ਲੈਂਦੇ ਨੇ, ਲੇਕਿਨ ਕੰਮ ਉਹਨਾਂ ਦੇ ਮਾੜੇ ਹੁੰਦੇ ਨੇ। ਉਹ ਦੇਰ ਸਵੇਰ ਇੱਕ ਵਾਰੀ, ਦੋ ਵਾਰੀ, 4-10 ਵਾਰੀ ਭਰਮਾ ਲਓਗੇ ਲੋਕਾਂ ਨੂੰ, ਅਖੀਰ ਜਿੱਦਾਂ ਦਾ ਕਿਸੇ ਦਾ ਆਚਰਣ ਹੁੰਦਾ ਉਹ ਪ੍ਰਗਟ ਹੋ ਜਾਂਦਾ, ਤੇ ਮਾਲਕ ਤੋਂ ਤਾਂ ਬਿਲਕੁਲ ਨਹੀਂ ਲੁਕਿਆ। ਨਾਮੇ ਕੇ ਸੁਆਮੀ ਲਾਹੇ ਲੈ ਝਗਰਾ, ਰਾਮ ਰਸਾਇਣ ਪੀਓ ਰੇ ਦਗਰਾ। ਨਾਮਦੇਵ ਜੀ ਆਖਦੇ ਨੇ ਕਿ ਹੇ ਮਾਲਕ, ਮੇਰੇ ਤੇ ਕਿਰਪਾ ਕਰੋ, ਮੈਨੂੰ ਇਸ ਝਮੇਲੇ ਤੋਂ, ਜੰਜਾਲ ਤੋਂ, ਜਿਹੜਾ ਲੋਕ ਕਰ ਰਹੇ ਨੇ ਕਿ ਬਾਹਰੋਂ ਧਰਮ ਕਰਮ ਦੇ ਕੰਮ ਤੇ ਅੰਦਰੋਂ ਜਿਹੜਾ ਕੰਮ ਮਾੜੇ ਕਰਨੇ, ਕਹਿੰਦੇ ਆਹ ਝਮੇਲਾ ਇਸ ਤਰ੍ਹਾਂ ਦਾ ਛਲ ਕਪਟ ਵਾਲਾ ਮੇਰੇ ਸਵਾਮੀ ਨੇ, ਮਾਲਕ ਨੇ ਮਾਨੋ ਮਿਟਾ ਦਿੱਤਾ ਕਿਰਪਾ ਕਰਕੇ। ਰਾਮ ਰਸਾਇਣ ਪੀਓ ਰੇ ਦਗਰਾ, ਤੇ ਜਿਹੜੇ ਮਨੁੱਖ ਬਾਹਰੋਂ ਕੋਮਲ ਹਿਰਦਾ ਹੋਣ ਦਾ, ਦਿਆਲੂ ਹੋਣ ਦਾ ਅਡੰਬਰ ਪਖੰਡ ਕਰਦੇ ਨੇ, ਲੇਕਿਨ ਅੰਦਰੋਂ ਚਿੱਤ ਕਠੋਰ ਨੇ, ਭਿੱਜੇ ਨਹੀਂ ਹੋਏ ਉਸ ਮਾਲਕ ਦੇ ਰੰਗ ਵਿੱਚ, ਸਿਫਤ ਸਲਾਹ ਵਿੱਚ। ਜਦੋਂ ਭਿੱਜੋਗੇ ਨਹੀਂ ਤਾਂ ਬਾਹਰੋਂ ਜੋ ਮਰਜ਼ੀ ਕਰ ਲਓ, ਅੰਦਰੋਂ ਚਿੱਤ ਕਠੋਰ ਹੀ ਰਹਿਣਾ। ਕਹਿੰਦੇ ਦਗਰਾ ਦਾ ਭਾਵ ਮਰਾਠੀ ਦਾ ਸ਼ਬਦ ਹੈ, ਹੇ ਪੱਥਰ ਵਰਗੇ ਕਠੋਰ ਮਨੁੱਖ, ਜਿਹੜੇ ਆਹ ਦਿਖਾਵੇ ਦੇ ਧਰਮ ਕਰਮ ਕਰਦੇ ਨੇ, ਤੇ ਲੇਕਿਨ ਉਹਨਾਂ ਦੀ ਬਿਰਤੀ ਸੱਪ ਵਰਗੀ, ਬਗਲੇ ਵਰਗੀ ਐਸੀ ਹੈ। ਕਹਿੰਦੇ ਮੈਨੂੰ ਮਾਲਕ ਨੇ, ਸਵਾਮੀ ਨੇ, ਜਗਤ ਦੇ ਕਿਰਪਾ ਕਰਕੇ ਆਹ ਸੱਚਾਈ ਸਮਝਾ ਦਿੱਤੀ, ਇਸ ਝਗੜੇ ਤੋਂ, ਜੰਜਾਲ ਤੋਂ ਬਚਾ ਲਿਆ ਕਿ ਬਾਹਰੋਂ ਹੋਰ ਅੰਦਰੋਂ ਹੋਰ। ਤੇ ਮੈਂ ਉਹਦੀ ਕਿਰਪਾ ਸਦਕਾ ਅੰਮ੍ਰਿਤ ਨਾਮ ਦਾ ਰਸ ਹਮੇਸ਼ਾ ਮਾਣਦਾ। ਤੇ ਹੇ ਪੱਥਰ ਵਰਗੇ ਕਠੋਰ ਚਿੱਤ ਪਖੰਡ ਕਰਨ ਵਾਲੇ ਲੋਕੋ, ਤੁਸੀਂ ਵੀ ਉਸ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਕੇ ਆਹ ਦਿਖਾਵੇ ਦੇ ਕਰਮ ਤਿਆਗ ਕੇ ਆਹ ਜੰਜਾਲ, ਆਹ ਝਮੇਲਾ ਜਿਹੜਾ ਇਹ ਖਤਮ ਕਰ ਲਓ, ਬਾਹਰੋਂ ਹੋਰ ਦਿਖਣ ਦਾ ਤੇ ਅੰਦਰੋਂ ਹੋਰ ਹੋਣ ਦਾ। ਉਸ ਮਾਲਕ ਦੇ ਨਾਮ ਦੇ ਰਸ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਲਓ।
ਸੋ ਸਾਰ ਜਿਹੜਾ ਸ਼ਬਦ ਦਾ ਇਹੀ ਹੈ ਕਿ ਬਾਹਰ ਦੇ ਦਿਖਾਵੇ ਦੇ ਕੀਤੇ ਹੋਏ ਧਰਮ ਦੇ ਕੰਮ ਅਗਰ ਮਨ ਦੇ ਫੁਰਨੇ, ਮਨ ਦੇ ਵਿਚਾਰ ਨਿਰਮਲ ਨਹੀਂ ਹੋਏ ਤਾਂ ਤੁਹਾਡੇ ਐਕਸ਼ਨ ਨਿਰਮਲ ਨਹੀਂ ਹੋਣਗੇ, ਕਰਨੀ ਨਿਰਮਲ ਨਹੀਂ ਹੋਏਗੀ। ਤੇ ਜੇ ਕਰਨੀ ਮਾੜੀ ਹੈ, ਮਨ ਦੇ ਵਿਚਾਰ ਮਾੜੇ ਨੇ ਤੇ ਬਾਹਰੋਂ ਧਾਰਮਿਕ ਲਿਬਾਸ ਵੀ ਧਾਰਨ ਕੀਤੇ ਹੋਏ ਨੇ ਤੇ ਬੜੀ ਢੰਗ ਨਾਲ, ਮਰਿਆਦਾ ਨਾਲ ਉਹਨਾਂ ਨੂੰ ਪਾਲਣਾ ਕਰਨ ਦਾ ਤੁਸੀਂ ਅਡੰਬਰ ਵੀ, ਦਿਖਾਵਾ ਵੀ ਕਰਦੇ ਹੋ ਤੇ ਕਹਿੰਦੇ ਆ ਸਾਰਾ ਕੁਝ ਨਿਰਰਥਕ ਜਾਏਗਾ, ਉਸ ਮਾਲਕ ਤੋਂ ਨਹੀਂ ਲੁਕਾ ਸਕਦੇ। ਲੋਕਾਂ ਨੂੰ ਭਾਵੇਂ ਥੋੜੇ ਸਮੇਂ ਲਈ ਭਰਮਾ ਸਕਦਾ ਕੋਈ ਭੇਖ ਕਰਕੇ, ਲੇਕਿਨ ਉਹ ਮਾਲਕ ਜਿਹੜਾ ਦਿਲਾਂ ਦੀਆਂ ਬੁੱਝਣ ਵਾਲਾ, ਕਹਿੰਦੇ ਉਹਨੂੰ ਭਰਮਾ ਨਹੀਂ ਸਕਦੇ। ਸੋ ਜਿਹੜੇ ਮਨ ਦੇ ਮਤ ਦੇ ਪਿੱਛੇ ਤੁਰਦੇ ਨੇ, ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਦੋ ਸੁਭਾਵਾਂ ਦਾ ਬੜਾ ਜ਼ਿਕਰ ਕੀਤਾ, ਮਨਮੁਖ ਔਰ ਗੁਰਮੁਖ। ਜਿਹੜੇ ਆਪਣੀ ਮਨ ਦੀ ਮਤ ਪਿੱਛੇ ਤੁਰਦੇ ਨੇ ਕਿ ਜੋ ਮਨ ਨੂੰ ਚੰਗਾ ਲੱਗਦਾ, ਚਾਹੇ ਸਮਾਜ ਕੁਝ ਵੀ ਕਵੇ, ਚਾਹੇ ਗੁਰੂ ਪਰਮੇਸ਼ਰ ਦੇ ਬਚਨ ਕੁਝ ਵੀ ਕਹਿੰਦੇ ਹੋਣ ਉਹਦੇ ਬਾਰੇ, ਉਸ ਮਾੜੇ ਕੰਮ ਬਾਰੇ, ਲੇਕਿਨ ਉਹ ਕਰਨਾ ਹੈ। ਸੋ ਜਿਹੜੀ ਆਪਣੀ ਮਨ ਦੀ ਮਤ ਦੇ ਪਿੱਛੇ ਉਹਨੂੰ ਮਾਰਗਦਰਸ਼ਕ ਬਣਾ ਕੇ ਸੰਸਾਰ 'ਚ ਜੀਵਨ ਬਤੀਤ ਕਰਦੇ ਨੇ, ਮਨਮੁਖ ਨੇ। ਉਹ ਪੱਥਰਾਂ ਵਰਗੇ ਨੇ, ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤਾ। ਜਿਵੇਂ ਪੱਥਰ ਬਹੁਤ ਲੰਮਾ ਸਮਾਂ ਵੀ ਪਾਣੀ ਵਿੱਚ ਪਿਆ ਰਵੇ ਤਾਂ ਉਹਦੀ ਜਿਹੜੀ ਬਾਹਰ ਦੀ ਸਕਿਨ ਹੈ, ਬਾਹਰ ਦੀ ਸਰਫੇਸ ਹੈ, ਆਊਟਰ ਸਰਫੇਸ, ਉਹ ਮਾੜਾ ਮੋਟਾ ਭਿੱਜ ਜਾਂਦੀ ਹੈ। ਉਹਨੂੰ ਤੋੜ ਕੇ ਦੇਖੋਗੇ ਤਾਂ ਅੰਦਰੋਂ ਸੁੱਕਾ ਦਾ ਸੁੱਕਾ ਹੋਏਗਾ। ਉਹ ਕਠੋਰ ਚਿੱਤ ਐਸੇ ਮਨੁੱਖ ਜਿਹੜੇ ਮਨਮੁਖ ਨੇ, ਸਾਹਿਬ ਬਖਸ਼ਿਸ਼ ਕਰਦੇ ਨੇ, ਕਠੋਰ ਚਿੱਤ ਹੁੰਦੇ ਨੇ। ਮਨਮੁਖ ਮਨ ਨਾ ਭਿੱਜਈ, ਅਤ ਮੈਲੇ ਚਿੱਤ ਕਠੋਰ। ਕਹਿੰਦੇ ਅਤ ਦੇ ਥੋੜੇ ਨਹੀਂ, ਬਹੁਤ ਮਲੀਨਤਾ ਉਹਨਾਂ ਦੇ ਮਨਾਂ ਵਿੱਚ ਭਰੀ ਹੋਈ ਹੈ ਔਰ ਉਹਨਾਂ ਦੇ ਮਨਾਂ ਵਿੱਚ ਤਰਸ, ਦਇਆ ਨਾਮ ਦੀ ਕੋਈ ਕੋਮਲ ਭਾਵਨਾ ਨਹੀਂ ਹੁੰਦੀ। ਪੱਥਰਾਂ ਵਰਗੇ ਹੀ ਕਠੋਰ ਹੀ ਹੁੰਦੇ ਨੇ। ਸੱਪੈ ਦੁੱਧ ਪਿਆਈ ਹੈ, ਅੰਦਰ ਵਿਸ ਨਿਕੋਰ। ਕਹਿੰਦੇ ਜਿਵੇਂ ਸੱਪ ਨੂੰ ਭਾਵੇਂ ਦੁੱਧ ਵੀ ਪਿਆਈ ਜਾਓ, ਉਹਦੇ ਜਿਹੜੀਆਂ ਮੂੰਹ ਦੇ ਵਿੱਚ ਜ਼ਹਿਰ ਦੀਆਂ ਥੈਲੀਆਂ ਨੇ ਉਹਨਾਂ ਨੂੰ ਕਦੇ ਤਿਆਗਦਾ ਨਹੀਂ। ਜੋ ਪਹਿਲੀ ਪੰਕਤੀ ਵਿੱਚ ਭਗਤ ਜੀ ਨੇ ਆਪਾਂ ਨੂੰ ਬਚਨ ਦੀ ਸਾਂਝ ਕੀਤੀ ਹੈ, ਸਾਂਪ ਕੁੰਚ ਛੋੜੈ, ਬਿਖ ਨਹੀਂ ਛਾੜੈ। ਕਿ ਬਾਹਰੋਂ ਤਾਂ ਮਨੁੱਖ ਕਈ ਵਾਰੀ ਐਸਾ ਹੁੰਦਾ ਹੈ, ਮਾੜੇ ਕੰਮ ਕਰ ਰਿਹਾ ਹੁੰਦਾ ਹੈ, ਸੰਸਾਰ ਵਿੱਚ ਉਹਨਾਂ ਦੀ ਜਿਹੜੀ ਰੈਪੂਟੇਸ਼ਨ ਖਰਾਬ ਹੁੰਦੀ ਹੈ, ਸ਼ੋਭਾ ਨਹੀਂ ਹੁੰਦੀ। ਉਸ ਤੋਂ ਬਚਣ ਲਈ ਕਈ ਵਾਰੀ ਧਾਰਮਿਕ ਲਿਬਾਸ ਧਾਰਨ ਕਰ ਲੈਂਦਾ ਤਾਂ ਕਿ ਲੋਕ ਮੈਨੂੰ ਜਿਵੇਂ ਪਹਿਲਾਂ ਮੈਂ ਮਾੜਾ ਸੀ ਉੱਦਾਂ ਦਾ ਨਾ ਸਮਝਣ, ਚੰਗਾ ਸਮਝਣ। ਲੇਕਿਨ ਉਹ ਆਪਣੇ ਜਿਹੜੇ ਮਾੜੇ ਕੰਮ ਪਹਿਲਾਂ ਕਰ ਰਿਹਾ ਹੁੰਦਾ ਉਹਨਾਂ ਨੂੰ ਤਿਆਗਦਾ ਨਹੀਂ, ਮਾੜਾ ਸੁਭਾਅ ਨਹੀਂ ਤਿਆਗਦਾ। ਕਹਿੰਦੇ ਉਹ ਇਹੋ ਜਿਹੇ ਜੀਵ ਨੇ ਜਿਹੜੇ ਸੱਪ ਵਾਂਗ ਬਾਹਰੋਂ ਆਊਟਰ ਸਕਿਨ ਤਾਂ ਚੇਂਜ ਕਰ ਲੈਂਦੇ ਨੇ, ਤਿਆਗ ਦਿੱਤੀ, ਅੰਦਰੋਂ ਜ਼ਹਿਰ ਦੀਆਂ ਥੈਲੀਆਂ ਜਿਹੜੀਆਂ ਮੂੰਹ 'ਚ ਭਰੀਆਂ ਉਹਨਾਂ ਨੂੰ ਨਹੀਂ ਤਿਆਗਿਆ। ਸਾਂਪ ਕੁੰਚ ਛੋੜੈ, ਬਿਖ ਨਹੀਂ ਛੱਡੈ। ਬਿਖ ਭਾਵ ਜ਼ਹਿਰ ਨਹੀਂ ਛੱਡਦਾ। ਭਾਵੇਂ ਉਹਨੂੰ ਦੁੱਧ ਵੀ ਪਿਆਈ ਜਾਓ, ਭਾਵੇਂ ਉਹਨਾਂ ਨਾਲ ਭਲਾ ਵੀ ਕਰੀ ਜਾਓ, ਜਾਂ ਤੁਸੀਂ ਕਹਿ ਸਕਦੇ ਹੋ ਕਿ ਉਹਨੂੰ ਧਰਮ ਕਰਮ ਦੇ ਕੰਮਾਂ ਨਾਲ ਵੀ ਜੋੜੀ ਜਾਓ, ਲੇਕਿਨ ਉਹ ਆਪਣਾ ਸੁਭਾਅ ਜਿਹੜਾ ਹੈ ਉਹ ਪੱਥਰ ਵਾਂਗ ਮਨਮੁਖ ਮਨ ਨਾ ਭਿੱਜਈ, ਅਤ ਮੈਲੇ ਚਿੱਤ ਕਠੋਰ। ਸੱਪੈ ਦੁੱਧ ਪਿਆਈ ਹੈ, ਅੰਦਰ ਵਿਸ ਨਿਕੋਰ। ਅੰਦਰ ਉਹਦੇ ਜ਼ਹਿਰ ਭਰੀ ਦੀ ਭਰੀ ਰਹਿੰਦੀ ਹੈ। ਜ਼ਿਕਰ ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਬਚਨ ਬਖਸ਼ਿਸ਼ ਕਰਕੇ ਸਮਝਾਇਆ। ਬਗਲੇ ਦਾ ਸੁਭਾਅ ਵੀ ਇਦਾਂ ਦਾ ਹੀ ਹੈ। ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਮਨੇ, ਬੱਗੇ ਨਾ ਕਹੀਆਂ। ਕਹਿੰਦੇ ਉਹ ਤੀਰਥਾਂ ਤੇ ਨਿਵਾਸ ਕਰਨ ਵਾਲੇ ਵੀ ਜਿਹੜੇ ਬਹੁਤ ਸਮਾਂ ਇਹ ਲੋਕਾਂ ਤੇ ਪ੍ਰਭਾਵ ਪਾਉਂਦੇ ਨੇ ਕਿ ਅਸੀਂ ਤਾਂ ਘਰ ਗ੍ਰਸਤੀ ਛੱਡ ਕੇ ਅਸੀਂ ਤਾਂ ਤੀਰਥਾਂ ਤੇ ਡੇਰੇ ਲਾ ਲਏ, ਅਸੀਂ ਤਾਂ ਰੱਬ ਦਾ ਨਾਂ ਲੈਂਦੇ ਹਾਂ, ਅਸੀਂ ਮੋਹ ਮਾਇਆ ਛੱਡ ਦਿੱਤੀ। ਲੇਕਿਨ ਅੰਦਰ ਮਨ ਵਿੱਚ ਉਹ ਮਾੜੇ ਫੁਰਨੇ, ਮਾੜਾ ਸੁਭਾਅ ਮੁੱਕਦਾ ਨਹੀਂ। ਜਦੋਂ ਤੱਕ ਪਰਮੇਸ਼ਰ ਦਾ ਨਾਮ ਨਹੀਂ ਜਪੋਗੇ, ਹੋਰ ਕੋਈ ਜੁਗਤ ਨਹੀਂ ਹੈ, ਸਾਧਨ ਨਹੀਂ ਹੈ ਸੰਸਾਰ ਵਿੱਚ ਜਿਹੜਾ ਤੁਹਾਡੇ ਮਨ ਦੀ ਮਲੀਨਤਾ ਨੂੰ ਸਾਫ਼ ਕਰ ਸਕੇ। ਸਾਹਿਬਾਂ ਨੇ ਬਹੁਤ ਸਾਰੇ ਬਚਨ ਬਖਸ਼ਿਸ਼ ਕੀਤੇ ਨੇ, ਆਪਾਂ ਅਕਸਰ ਸਾਂਝੇ ਕਰਦੇ ਹਾਂ। ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਜਾਂ ਆਪਾਂ ਬਚਨ ਬਹੁਤ ਵਾਰੀ ਸਾਂਝਾ ਕੀਤਾ ਹੈ ਸਾਹਿਬਾਂ ਦੇ ਵੀ ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਪਰਮੇਸ਼ਰ ਦਾ ਨਾਮ ਹੀ ਜਿਹੜਾ ਤ੍ਰੈਕਾਲ ਸੱਚ ਹੈ, ਉਹੀ ਐਸੇ ਰੋਗਾਂ ਦਾ, ਜਿਹੜੇ ਮਨ ਨੂੰ ਬਿਮਾਰੀਆਂ ਚਿੰਬੜੀਆਂ ਹੁੰਦੀਆਂ ਨੇ, ਉਹਨਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਦਵਾਈ ਹੈ, ਇੱਕੋ ਇੱਕ ਜੁਗਤ ਹੈ। ਤੇ ਜਿਹੜੇ ਹਰੀ ਹਰੀ, ਰਾਮ ਰਾਮ, ਰਾਧੇ ਰਾਧੇ, ਗੋਬਿੰਦ ਗੋਬਿੰਦ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਜੋ ਮਰਜ਼ੀ ਕਰੀ ਜਾਓ, ਕਿਸੇ ਵੀ ਸ਼ਬਦ ਨਾਲ ਉਹਨੂੰ ਕੇਵਲ ਰਟਨ ਕਰਦੇ ਨੇ ਜ਼ੁਬਾਨ ਕਰਕੇ, ਲੇਕਿਨ ਮਨ ਤੇ ਉਹਦਾ ਪ੍ਰਭਾਵ ਨਹੀਂ ਕਬੂਲਦੇ। ਗੁਰੂ ਦੇ ਬਚਨਾਂ ਦਾ, ਗੁਰੂ ਦੀ ਸਿੱਖਿਆ ਦਾ, ਗੁਰੂ ਦੇ ਸ਼ਬਦ ਦਾ ਉਹਨੂੰ ਮੰਨਦੇ ਨਹੀਂ ਹੈਗੇ।
ਸਾਹਿਬਾਂ ਨੇ ਬਖਸ਼ਿਸ਼ ਕੀਤਾ ਵੀ ਉਹਨਾਂ ਦਾ ਹਿਰਦਾ ਵੀ ਕਦੇ ਸ਼ੁੱਧ ਨਹੀਂ ਹੋਣਾ, ਭਾਵੇਂ ਕਿੰਨੀ ਵਾਰ ਕਰੀ ਜਾਓ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਕਹਿੰਦੇ ਹਰੀ ਹਰੀ ਰਾਮ ਰਾਮ ਗੋਬਿੰਦ ਗੋਬਿੰਦ ਰਾਧੇ ਰਾਧੇ, ਜੋ ਮਰਜ਼ੀ ਜਿਸ ਨਾਮ ਦਾ ਕੇਵਲ ਰਟਨ ਕਰੀ ਜਾਓਗੇ ਜ਼ੁਬਾਨ ਨਾਲ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਨਹੀਂ ਕਰੋਗੇ, ਸੰਗਤ ਵਿੱਚ ਜਾ ਕੇ ਉਹਦੇ ਗੁਣ ਗਾਓਗੇ ਨਹੀਂ, ਪੂਰੇ ਗੁਰੂ ਦੇ ਲੜ ਨਹੀਂ ਲੱਗੋਗੇ, ਪੂਰੇ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਉਹਨੂੰ ਕਮਾਓਗੇ ਨਹੀਂ, ਅਪਣਾਓਗੇ ਨਹੀਂ ਜੀਵਨ ਵਿੱਚ। ਕਹਿੰਦੇ ਇਹੋ ਜਿਹਾ ਕੀਤਾ ਹੋਇਆ ਰਟਨ ਜਿਹੜਾ ਤੁਹਾਡੇ ਮਨ ਨੂੰ ਨਿਰਮਲ ਨਹੀਂ ਕਰ ਸਕਦਾ, ਮਨ ਨੂੰ ਸਵੱਛ ਨਹੀਂ ਕਰ ਸਕਦਾ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਅਨ ਦਿਨ ਕਰਮ ਕਰੈ ਬਹੁ ਤੇਰੇ, ਉਹ ਬਾਹਰ ਅਨ ਦਿਨ ਹਰ ਰੋਜ਼ ਰਾਤ ਦਿਨ ਧਰਮ ਕਰਮ ਦੇ ਕੰਮ ਵੀ ਕਰਨਗੇ। ਜਿਵੇਂ ਸਾਹਿਬਾਂ ਨੇ ਆਸਾ ਕੀ ਵਾਰ ਚ ਬਚਨ ਬਖਸ਼ਿਸ਼ ਕੀਤਾ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈ ਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਵਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮ। ਕਹਿੰਦੇ ਉਸ ਬ੍ਰਹਮ ਦੇ ਗਿਆਨ ਦੀ, ਉਹਨੂੰ ਪਾਉਣ ਦੀ, ਉਹਦੇ ਨਾਲ ਮਿਲਣ ਦੀ ਜੁਗਤ ਪੂਰੇ ਗੁਰੂ ਕੋਲੋਂ ਲਈ ਨਹੀਂ। ਤਿਲਕ ਲਗਾ ਲਏ, ਰੁਦਰਾਕਸ਼ ਦੀ ਮਾਲਾ ਪਾ ਲਈ, 2 ਸਵੱਛ ਧੋਤੀਆਂ ਰੱਖ ਲਈਆਂ, ਬੋਧੀ ਟਿੱਕਾ ਰੱਖ ਲਿਆ, ਇਹੋ ਜਿਹੇ ਕਰਮ ਕਰੀ ਜਾਣੇ, ਅੱਖਾਂ ਮੀਟ ਕੇ ਸਮਾਧੀਆਂ ਲਗਾ ਕੇ ਬੈਠ ਗਏ। ਕਹਿੰਦੇ ਇਹਦੇ ਨਾਲ ਪਰਮੇਸ਼ਰ ਕਦੇ ਨਹੀਂ ਮਿਲਣਾ। ਔਰ ਸੁਪਨੇ ਵਿੱਚ ਵੀ ਜਦੋਂ ਤੱਕ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜੋਗੇ, ਕਹਿੰਦੇ ਸੁਪਨੇ ਵਿੱਚ ਵੀ ਸੁੱਖ ਪ੍ਰਾਪਤ ਨਹੀਂ ਹੋਣਾ। ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁਖ ਨਾ ਹੋਈ। ਸੁਖ ਨਾਹੀ ਰੇ ਹਰ ਕੀ ਭਗਤ ਬਿਨਾ, ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਸਾ ਨਹਿ ਚੂਕੈ, ਗੁਰ ਇਹ ਭੇਦ ਬਤਾਵੇ। ਗੁਰੂ ਪਾਤਸ਼ਾਹ ਨੇ ਬੇਅੰਤ ਬਚਨਾਂ ਵਿੱਚ ਬਾਰ-ਬਾਰ ਪਰਮੇਸ਼ਰ ਦੀ ਆਰਾਧਨਾ ਕਰਨ ਦਾ, ਆਰਾਧਨਾ ਕੀ ਹੈ? ਉਸ ਮਾਲਿਕ ਦੇ ਗੁਣਾਂ ਨੂੰ ਗੁਰੂ ਕੋਲੋਂ ਜਾਣਨਾ, ਔਰ ਉਹਨਾਂ ਗੁਣਾਂ ਨੂੰ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਬਚਨਾਂ ਨੂੰ ਮੰਨਦੇ ਹੋਏ, ਗੁਰੂ ਦੀ ਸਿੱਖਿਆ ਨੂੰ ਮੰਨਦੇ ਹੋਏ ਅਪਣਾਉਣ ਦਾ, ਆਪਣੇ ਜੀਵਨ 'ਚ ਧਾਰਨ ਕਰਨ ਦਾ ਨੇਕ ਨੀਤੀ ਨਾਲ ਯਤਨ ਕਰਨਾ। ਬਾਬਾ ਫਰੀਦ ਜੀ ਦਾ ਬਚਨ ਵੀ ਆਪਾਂ ਪੜ੍ਹਦੇ ਹਾਂ ਕਿ ਜਿਨ੍ਹਾਂ ਦੇ ਮਨਾਂ ਵਿੱਚ ਬਹੁਤ ਸਾਰੇ ਬਚਨ ਨੇ, ਮਨ ਬਾਰੇ ਗੁਰੂ ਪਾਤਸ਼ਾਹ ਨੇ ਬਾਣੀ 'ਚ ਬੇਅੰਤ ਰਹਿਮਤ ਭਰੇ, ਬਖਸ਼ਿਸ਼ਾਂ ਭਰੇ ਬਚਨ ਬਖਸ਼ਿਸ਼ ਕੀਤੇ ਨੇ। ਕਬੀਰ ਸਾਹਿਬ ਦਾ ਬਚਨ ਆਪਾਂ ਸੈਂਕੜੇ ਵਾਰੀ ਸਾਂਝਾ ਕੀਤਾ। ਕਬੀਰ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਸਾਹਿਬ ਸਮਝਾਉਂਦੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਕਹਿੰਦੇ ਜਿੰਨੇ ਮਰਜ਼ੀ ਤੀਰਥਾਂ ਦੇ ਇਸ਼ਨਾਨ ਕਰ ਲਓ, ਸਰੋਵਰਾਂ, ਤਲਾਬਾਂ, ਦਰਿਆਵਾਂ, ਤ੍ਰਿਵੇਣੀਆਂ 'ਚ ਚੁੱਭੀਆਂ ਲਾ ਲਓ, ਮਨ ਨੇ ਤਾਂ ਉਦੋਂ ਹੀ ਸਵੱਛ ਹੋਣਾ ਜਦੋਂ ਉਸਨੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਸਾਰੇ ਜਗਤ ਵਿੱਚ ਕੇਵਲ ਤੇ ਕੇਵਲ ਮਨ ਨੂੰ ਸਵੱਛ ਕਰਨ ਦੀ, ਅਰੋਗ ਕਰਨ ਦੀ ਇੱਕੋ ਹੀ ਔਸ਼ਧੀ ਹੈ, ਇੱਕੋ ਹੀ ਦਵਾਈ ਹੈ, ਉਹ ਪਰਮੇਸ਼ਰ ਦਾ ਨਾਮ। ਤੋ ਸਾਹਿਬ ਸਮਝਾਉਂਦੇ ਨੇ, ਬਾਬਾ ਫਰੀਦ ਜੀ ਦਾ ਬੜਾ ਪਿਆਰਾ ਬਚਨ ਹੈ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਛਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ ਪਾਰਥੀ। ਕਹਿੰਦੇ ਜਿਨ੍ਹਾਂ ਨੂੰ ਦਿਲ ਕਰਕੇ, ਮਨ ਕਰਕੇ, ਅੰਦਰੋਂ ਹਿਰਦੇ ਵਿੱਚ ਮਾਲਿਕ ਨਾਲ ਪ੍ਰੀਤ ਬਣੀ ਹੋਈ ਹੈ, ਤੇ ਉਹ ਉੱਠਦਿਆਂ, ਬੈਠਦਿਆਂ, ਜਾਗਦਿਆਂ, ਸੌਂਦਿਆਂ, ਕਾਰ ਵਿਹਾਰ ਕਰਦਿਆਂ ਉਹਨੂੰ ਮਨ ਵਿੱਚ ਉਹਦਾ ਚੇਤਾ ਸਿਮਰਨ ਕਰਦੇ ਨੇ, ਉਹਦੇ ਗੁਣਾਂ ਦਾ ਸਿਮਰਨ, ਉਹਦੀਆਂ ਦਾਤਾਂ ਦਾ ਸਿਮਰਨ, ਉਹਦੀਆਂ ਬਖਸ਼ਿਸ਼ਾਂ ਦਾ ਸਿਮਰਨ, ਉਹਦੀਆਂ ਬਖਸ਼ਿੰਦਗੀਆਂ ਦਾ ਸਿਮਰਨ। ਸੋ ਉਹਦਾ ਜਿਹੜਾ ਸੁਭਾਅ ਹੈ, ਮਾਲਿਕ ਦੇ ਬੇਅੰਤ ਗੁਣ ਨੇ, ਸਾਹਿਬਾਂ ਨੇ ਵਚਨ ਬਖਸ਼ਿਸ਼ ਕੀਤੇ ਨੇ, ਤਾਂ ਆਪਾਂ ਨਿਤਾ ਪ੍ਰਤੀ ਕਿਣਕਾ ਮਾਤਰ ਵੀ ਉਹਨਾਂ ਦੇ ਗੁਣਾਂ ਨੂੰ ਚੇਤੇ ਕਰੀਏ, ਤੇ ਚੇਤੇ ਕਰਕੇ ਸ਼ੁਕਰਾਨੇ ਵਿੱਚ ਆਈਏ, ਤਾਂ ਵੀ ਮੁੱਕਦੇ ਨਹੀਂ, ਬੇਅੰਤ ਗੁਣ ਨੇ। ਸੋ ਜਿਹੜੇ ਕਾਰ ਵਿਹਾਰ ਕਰਦੇ ਆ, ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਦੇ ਹੋਏ, ਮਨ ਕਰਕੇ, ਸੁਰਤ ਕਰਕੇ, ਉਹਦੀ ਸਿਫਤ ਸਲਾਹ ਨਾਲ, ਉਹਦੇ ਸ਼ੁਕਰਾਨੇ ਨਾਲ, ਉਹਦੀਆਂ ਦਾਤਾਂ ਨੂੰ ਯਾਦ ਕਰਕੇ ਜੁੜੇ ਹੋਏ ਨੇ, ਕਹਿੰਦੇ ਉਹਨਾਂ ਦਾ ਮਨ ਨਿਰਮਲ ਹੁੰਦਾ ਹੈ। ਸਹਿਜੇ ਸਹਿਜੇ ਉਹ ਔਗਣ ਛੱਡਦੇ ਜਾਂਦੇ ਨੇ ਤੇ ਗੁਣ ਧਾਰਨ ਕਰਦੇ ਜਾਂਦੇ ਨੇ। ਸੋ ਸਪਸ਼ਟ ਬਚਨ ਬਾਬਾ ਫਰੀਦ ਜੀ ਨੇ ਬਖਸ਼ਿਸ਼ ਕੀਤਾ, ਦਿਲੋਂ ਮੁਹੱਬਤ ਜਿਨ ਸਈ ਸੱਚਿਆ। ਕਹਿੰਦੇ ਜਿਨ੍ਹਾਂ ਨੂੰ ਮਨ ਕਰਕੇ ਉਸ ਮਾਲਕ ਨਾਲ ਪ੍ਰੀਤ ਹੈ, ਔਰ ਉਹ ਗੁਰੂ ਪਰਮੇਸ਼ਰ ਤੋਂ ਛੁਪੀ ਨਹੀਂ ਕਿ ਕਿਹਨੂੰ ਹੈ ਪ੍ਰੀਤ, ਕਿਹਨੂੰ ਨਹੀਂ ਹੈ, ਜ਼ੁਬਾਨ ਤੋਂ ਆਖੇ ਆਖੇ ਕੋਈ ਨਹੀਂ। ਉਹ ਮਾਲਕ ਦੀ ਕਸਵੱਟੀ ਤੇ ਜਿਹਨੂੰ ਮਾਲਕ
ਪ੍ਰਵਾਨ ਕਰ ਲੇਗਾ ਕਿ ਸੱਚਮੁੱਚ ਪ੍ਰੀਤ ਕਰਦਾ ਹੈ, ਉਹਨਾਂ ਦੀ ਪ੍ਰੀਤ ਹੀ ਕਬੂਲ ਹੋਣੀ ਹੈ। ਕਹਿੰਦੇ ਉਹੀ ਸੱਚਿਆਂ ਵਿੱਚ ਸਚਿਆਰਾਂ ਵਿੱਚ ਗਿਣੇ ਜਾਣਗੇ। ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਵਿਸ਼ੇ ਵਿਕਾਰਾਂ ਦੇ ਫੁਰਨੇ ਚੱਲਦੇ ਨੇ ਹਮੇਸ਼ਾ, ਜਿਵੇਂ ਆਪਾਂ ਬਾਬੇ ਨਾਨਕ ਜੀ ਦੇ 9ਵੇਂ ਜਾਮੇ ਦੇ ਪਿੱਛੇ ਬਚਨ ਸਾਂਝੇ ਕੀਤੇ ਸੀ। ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਕਹਿੰਦੇ ਦੁਨਿਆਵੀ ਜੀਵ ਨਹੀਂ, ਖਾਲੀ ਗ੍ਰਸਤੀ ਨਹੀਂ। ਕਹਿੰਦੇ ਮੈਂ ਜੋਗੀਆਂ ਜਤੀਆਂ ਤਪੀਆਂ ਨੂੰ ਵੀ ਦੇਖਿਆ। ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀਏ ਫਾਸ। ਕਹਿੰਦੇ ਸਾਰੇ ਹੀ ਉਹਦੀ ਫਾਹੀ ਵਿੱਚ ਫਸੇ ਹੋਏ ਨੇ। ਬਾਹਰੋਂ ਜੋਗੀ ਜਤੀ ਤਪੀ ਸਤੀ ਬਣੇ ਹੋਏ ਨੇ ਭੇਖ ਧਾਰਨ ਕਰਕੇ, ਲੇਕਿਨ ਜਿਹੜੀ ਉਹਨਾਂ ਦੀ ਕਰਨੀ ਹੈ, ਜੋ ਸਾਹਿਬ ਸਮਝਾਉਂਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਹਿੰਦੇ ਕਰਨੀ ਜਿਹੜੀ ਹੈ ਉਹ ਪਸ਼ੂਆਂ ਵਾਲੀ ਹੈ, ਤੇ ਲੋਕਾਂ ਤੇ ਪ੍ਰਭਾਵ ਜਿਹੜਾ ਹੈ ਉਹ ਆਪਣੇ ਧਰਮੀ ਹੋਣ ਦਾ ਪਾਉਂਦਾ ਹੈ। ਸਾਂਪ ਕੁੰਚ ਛੋੜਾ ਵਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਕਹਿੰਦੇ ਜਿਵੇਂ ਬਗਲਾ ਸੱਪ ਦਾ ਸੁਭਾਅ ਹੈ, ਕਹਿੰਦੇ ਕਰਨੀ ਉਹਨਾਂ ਦੀ ਇਹੋ ਜਿਹੀ ਹੈ। ਸੋ ਜਿਨ੍ਹਾਂ ਦੇ ਮਨ ਵਿੱਚ ਮੈਲੇ ਕੁਚੈਲੇ ਫੁਰਨੇ ਚੱਲਦੇ ਨੇ ਤੇ ਜ਼ੁਬਾਨ ਤੋਂ ਬੇਸ਼ੱਕ ਉਹ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਜੋ ਵੀ ਕਿਸੇ ਵੀ ਨਾਮ ਦਾ ਰਟਨ ਕਰਦੇ ਨੇ, ਕਹਿੰਦੇ ਉਹ ਹਿਰਦਾ ਤਾਂ ਨਹੀਂ ਸ਼ੁੱਧ ਹੋਣਾ ਉਹਦੇ ਨਾਲ। ਹਿਰਦਾ ਤਾਂ ਉਦੋਂ ਹੀ ਸ਼ੁੱਧ ਹੋਣਾ ਜਦੋਂ ਸ਼ਬਦ ਨਾਲ ਜੁੜੋਗੇ, ਸ਼ਬਦ ਦੀ ਵਿਚਾਰ ਨਾਲ ਜੁੜੋਗੇ, ਤੇ ਉਸ ਸ਼ਬਦ ਦੀ ਵਿਚਾਰ ਨੂੰ ਅਪਣਾਓਗੇ, ਕਮਾਓਗੇ। ਸੁਨਤ ਕਮਾਵਤ ਹੋਤ ਉਧਾਰ, ਆਪ ਤਰਹ ਲੋਕਹ ਨਿਸਤਾਰ। ਨਿਸਤਾਰਾ ਉਦੋਂ ਹੀ ਹੋਣਾ, ਪਾਰ ਉਤਾਰਾ ਉਦੋਂ ਹੀ ਹੋਣਾ ਜਦੋਂ ਉਹਨਾਂ ਬਚਨਾਂ ਨੂੰ ਕਮਾਵਾਂਗੇ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਕਹਿੰਦੇ ਇਹੋ ਜਿਹਾ ਇਹ ਸਮਾਧੀਆਂ ਲਗਾਉਣੀਆਂ, ਧਿਆਨ ਲਗਾਉਣ ਦਾ ਕੀ ਲਾਭ ਹੈ? ਕਿਉਂ ਲੋਕਾਂ ਨੂੰ ਭਰਮਾ ਰਿਹਾ? ਜੇ ਤੇਰਾ ਇਹ ਐਸੀਆਂ ਸਮਾਧੀਆਂ ਲਗਾ ਕੇ ਧਿਆਨ ਜੋੜ ਕੇ ਮਨ ਸ਼ੁੱਧ ਹੀ ਨਹੀਂ ਹੋਇਆ, ਮਨ ਵਿੱਚ ਛਲ ਵਲ ਛਲ ਕਪਟ ਵਿਸ਼ੇ ਵਿਕਾਰ ਘੁੰਮਦੇ ਨੇ, ਜੁੜੇ ਹੋਏ ਮਨ ਉਧਰ ਖੁੱਭਿਆ ਹੋਇਆ, ਤੇ ਕਹਿੰਦੇ ਆ ਕਿਸ ਲਈ ਆ ਦਿਖਾਵੇ ਦੇ ਕੰਮ ਕਰਦਾ। ਆਪਾਂ ਉਸ ਬਚਨ ਦੀ ਬੜੀ ਵਾਰ ਸਾਂਝ ਕੀਤੀ ਹੈ ਕਿ ਜੇ ਘਰ ਗ੍ਰਸਤੀ ਨੂੰ ਛੱਡ ਕੇ ਕੋਈ ਦੁਨੀਆ ਤੋਂ ਦੂਰ ਜੰਗਲਾਂ ਬੇਲਿਆਂ ਇਕਾਂਤ ਵਿੱਚ ਜਾ ਕੇ ਡੇਰਾ ਲਾ ਲਵੇ। ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੋਂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਕੰਦਾ ਭਾਵ ਕੰਦਮੂਲ, ਜਿਹਨੂੰ ਆਖਦੇ ਜਿਹਦਾ ਕੋਈ ਸਵਾਦ ਨਹੀਂ ਹੁੰਦਾ। ਕੋਈ ਪਦਾਰਥ ਤਾਂ ਐਸੇ ਹੁੰਦੇ ਨੇ, ਕੋਈ ਖੱਟਾ ਹੈ, ਕੋਈ ਮਾੜਾ ਜਿਹਾ ਮਿੱਠਾ ਹੈ, ਕੋਈ ਫਿੱਕਾ ਵੀ ਹੈ ਥੋੜਾ ਬਹੁਤ, ਕੋਈ ਸਵਾਦ ਹੁੰਦਾ ਜਿਹਦਾ ਕੋਈ ਸਵਾਦ ਹੀ ਨਹੀਂ ਬਿਲਕੁਲ। ਕਹਿੰਦੇ ਉਹ ਜ਼ੁਬਾਨ ਦਾ ਸਵਾਦ ਵੀ ਤਿਆਗ ਦਿੱਤਾ, ਕੰਦਮੂਲ ਖਾ ਰਿਹਾ, ਲੋਕ ਵੀ ਨਹੀਂ ਕੋਈ ਦਿਖ ਰਹੇ, ਕੋਈ ਇਸਤਰੀ ਨਹੀਂ ਦਿਖ ਰਹੀ, ਕੋਈ ਕਿਸੇ ਦਾ ਸੁੰਦਰ ਸਰੀਰ ਨਹੀਂ ਦਿਖ ਰਿਹਾ, ਵੀ ਕਿੱਥੋਂ ਮਨ 'ਚ ਭੈੜੇ ਫੁਰਨੇ ਆਉਣਗੇ? ਪਰ ਕਹਿੰਦੇ ਨਹੀਂ, ਮਨ 'ਚ ਭੈੜੇ ਫੁਰਨੇ ਉੱਥੇ ਵੀ ਆਉਣਗੇ। ਸਾਹਿਬਾਂ ਦਾ ਨਿਰਣਾ ਬਖਸ਼ਿਸ਼ ਕੀਤਾ ਹੋਇਆ, ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੋਂ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ। ਕਹਿੰਦੇ ਵਿਸ਼ੇ ਵਿਕਾਰਾਂ ਦੇ ਤਮਾਸ਼ੇ, ਰੰਗ ਤਮਾਸ਼ਿਆਂ ਨੂੰ ਮਾਣਨ ਦੀ ਜਿਹੜੀ ਲਾਲਸਾ ਇੱਛਾ ਹੈ, ਕਹਿੰਦੇ ਉੱਥੇ ਵੀ ਤਿਆਗੀ ਨਹੀਂ ਜਾਂਦੀ, ਉੱਥੇ ਵੀ ਉਹ ਫੁਰਨੇ ਉਤਪੰਨ ਹੋ ਜਾਂਦੇ ਨੇ। ਅਨੇਕ ਯਤਨ ਕਰ ਰਾਖੀਐ ਫਿਰ ਲਪਟਾਈ। ਕਹਿੰਦੇ ਇਹ ਅਨੇਕਾਂ ਇਹੋ ਜਿਹੇ ਗਿਆਨ ਧਿਆਨ ਵਾਲੇ ਜਾਪ ਤਾਪ ਵਾਲੇ ਯਤਨ ਕਰਕੇ ਦੇਖ ਲਏ, ਕਹਿੰਦੇ ਉਹ ਮਨ ਦੇ ਭੈੜੇ ਵਿਚਾਰਾਂ ਤੋਂ ਮਨ ਦਾ ਖਹਿੜਾ ਨਹੀਂ ਛੁੱਟਿਆ। ਆਪਾਂ ਇੱਕ ਬਚਨ ਕਈ ਵਾਰੀ ਪੜ੍ਹਦੇ ਹੁੰਦੇ ਹਾਂ, ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣੇ ਤਿਉਂ ਤਾਰ ਸੁਆਮੀ। ਜਦੋਂ ਮਨ ਨੂੰ ਗੁਰੂ ਦੇ ਬਚਨਾਂ ਦੀ ਰੋਸ਼ਨੀ ਵਿੱਚ ਆਪਣੇ ਅੰਦਰ ਝਾਕਣ ਦੀ, ਅੰਦਰ ਆਪਣਾ ਟਟੋਲਣ ਦੀ, ਫੋਲਣ ਦੀ ਪ੍ਰੇਰਨਾ ਮਿਲਦੀ ਹੈ, ਤੇ ਮਨ ਸੱਚਮੁੱਚ ਨਿਰਪੱਖ ਹੋ ਕੇ ਆਪਣੀ ਕਰਨੀ ਨੂੰ, ਆਪਣੇ ਸੁਭਾਅ ਨੂੰ, ਆਪਣੀ ਕਰਤੂਤ ਨੂੰ ਦੇਖਦਾ, ਤਾਂ ਫਿਰ ਬਿਲਕੁਲ ਇਹੋ ਜਿਹਾ ਹੀ ਜ਼ੁਬਾਨ ਤੋਂ, ਇਹੋ ਜਿਹਾ ਹੀ ਹਿਰਦੇ ਚੋਂ ਕੂਕ ਉੱਠਦੀ ਹੈ, ਕੁਚਲ ਮੈਂ ਮੇਰੀ ਕਰਨੀ ਇਹ ਮਾਲਕ ਇਹੋ ਜਿਹੀ ਹੈ। ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣੈ ਤਿਉਂ ਤਾਰ ਸੁਆਮੀ, ਤੂੰ ਸਮਰੱਥ ਸਰਨ ਜੋਗ, ਤੂੰ ਰਾਖੈ ਆਪਣੀ ਕਲ ਧਾਰ। ਤੁਹਾਡੀ ਇਹ ਬਰਕਤ ਬਖਸ਼ਿਸ਼ ਹੈ, ਤੁਹਾਡੀ ਕਿਰਪਾ ਦ੍ਰਿਸ਼ਟੀ ਵਿੱਚ, ਕਿ ਤੁਸੀਂ ਮੈਲੇ ਤੋਂ ਮੈਲੇ ਅਤ ਕੁਚੇਲੇ ਕੁਚੀਲ ਜਿਹੜੇ ਨੇ ਵਿਸ਼ੇ ਵਿਕਾਰਾਂ 'ਚ ਗਰਕ ਹੋਇਆਂ ਨੂੰ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਬਚਾ ਲੈਂਦੇ ਹੋ। ਆਪਾਂ ਵਚਨ ਪੜ੍ਹਦੇ ਹਾਂ ਨਾ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ। ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣੇ ਤਿਉਂ ਤਾਰ ਸੁਆਮੀ, ਤੂੰ ਸਮਰੱਥ ਸਰਨ ਜੋਗ, ਤੂੰ ਰਾਖੈ ਆਪਣੀ ਕਲ ਧਾਰ।
ਫਿਰ ਨਿਰਣਾ ਬਖਸ਼ਿਸ਼ ਕਰ ਦਿੱਤਾ। ਸਾਹਿਬਾਂ ਨੇ ਜਾਪ, ਤਾਪ, ਨੇਮ, ਸੁਚ, ਸੰਜਮ, ਨਾਹੀ ਇਨ ਵਿਦੇ ਛੁਟਕਾਰ। ਕਹਿੰਦੇ ਆ ਜਿਹੜੇ ਇਹੋ ਜਿਹੇ ਦਿਖਾਵੇ ਦੇ ਜਪ, ਤਪ, ਧਿਆਨ, ਨੇਮ, ਸੁਚ, ਸੰਜਮ, ਵਰਤਾਂ ਦਾ ਪਾਲਣ ਕਰਕੇ ਤੂੰ ਸੋਚਦਾ ਨਾ ਕਿ ਮੈਂ ਮਨ ਨੂੰ ਨਿਰਮਲ ਕਰਨਾਗਾ, ਨਹੀਂ ਹੋਣਾ। ਨਿਰਣਾ ਬਖਸ਼ਿਸ਼ ਕੀਤਾ ਸਾਹਿਬਾਂ ਨੇ। ਸੋ ਜੇ ਮਨ ਸ਼ੁੱਧ ਹੀ ਨਹੀਂ ਹੋਇਆ ਤਾਂ ਚੁੱਭੀਆਂ ਲਾਉਣ ਦਾ, ਵੇਦਾਂ, ਸਿਮਰਤੀਆਂ, ਸ਼ਾਸਤਰਾਂ ਨੂੰ ਪੜ੍ਹਨ ਦਾ, ਯੋਗ ਦੀਆਂ ਕਿਰਿਆਵਾਂ ਕਰਨ ਦਾ, ਵਰਤ ਰੱਖਣ ਦਾ, ਨੇਮ ਸੁਚ ਸੰਜਮ ਕਰਨ ਦਾ ਕੋਈ ਲਾਭ ਨਹੀਂ। ਆਹ ਦਿਖਾਵਾ ਛੱਡਦੇ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਸੋਚਦੇ ਨੇ ਕਿ ਪਾਪਾਂ ਤੋਂ ਨਿਵਰਤੀ ਹੋ ਜਾਏਗੀ, ਪਾਪ ਧੁਲ ਜਾਣਗੇ। ਉਹਨਾਂ ਬਾਰੇ ਵੀ ਆਪਾਂ ਬਹੁਤ ਬਚਨ ਬਾਣੀ ਚ ਸਾਹਿਬਾਂ ਦੇ ਪੜ੍ਹੇ ਨੇ ਵੀ ਜੇ ਆਪਾਂ ਇਸ਼ਨਾਨ ਕਰਾਂਗੇ ਤੇ ਸੋਚਾਂਗੇ ਵੀ ਮਨ ਨਿਰਮਲ ਹੋ ਗਿਆ, ਮਨ ਦੇ ਪਾਪ ਧੁਲ ਗਏ, ਤੇ ਕਹਿੰਦੇ ਨਹੀਂ, ਐਸਾ ਕੁਝ ਨਹੀਂ ਹੋਣਾ। ਉਹ ਮਾਲਕ ਜਿਹੜਾ ਹੈ, ਸਮਝਾਉਂਦੇ ਨੇ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜਲ ਕੇ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੇ। ਤੇ ਨਾਲੇ ਕਹਿੰਦੇ ਨੇ ਵੀ ਇਸ ਨਾਲ ਲੋਕਾਂ ਨੂੰ ਤਾਂ ਭਰਮਾ ਸਕਦੇ ਆ ਵੀ ਤੂੰ ਹਰ ਸਾਲ ਉੱਥੇ ਚੁੱਭੀਆਂ ਲਾਉਣ ਜਾਂਦਾ, ਹਰ ਸਾਲ ਉੱਥੇ ਯਾਤਰਾ ਤੇ ਜਾਂਦਾ। ਕਰਦੇ ਨੇ ਨਾ ਸਾਡੇ ਵਿੱਚ ਵੀ ਇਹ ਦੇਖਾ ਦੇਖੀ ਭੇਡ ਚਾਲ ਪ੍ਰਚਲਿਤ ਹੋਈ ਵੀ ਹਰ ਸਾਲ ਉੱਥੇ ਜਾਣਾ ਜੀ, ਤੇ ਰਸਤੇ 'ਚ ਪੱਥਰ ਡਿੱਗਦੇ ਹੋਣ, ਢਿੱਗਾਂ ਡਿੱਗਦੀਆਂ ਹੋਣ, ਔਰ ਜਿਹੜੇ ਅਸਥਾਨ ਦਾ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ, ਉਸ ਅਸਥਾਨਾਂ ਤੇ ਵੀ ਵਹੀਰਾਂ ਘੱਤ ਕੇ ਤੁਰੇ ਫਿਰਦੇ ਨੇ। ਜਿਨ੍ਹਾਂ ਕੋਲੋਂ ਤੁਰਿਆ ਨਹੀਂ ਜਾਂਦਾ, ਨਾਲ ਦੇ ਲੋਕਲ ਗੁਰਦੁਆਰੇ 'ਚ ਭਾਵੇਂ ਉਹ ਰੈਗੂਲਰ ਕਿਤੇ ਮਹੀਨੇ 'ਚ 2 ਦਿਨ ਇਕੱਠੇ ਵੀ ਨਾ ਗਏ ਹੋਣ, ਲੇਕਿਨ ਉੱਥੇ ਜਾਣਾ ਹਰ ਸਾਲ। ਖੈਰ, ਕਾਹੇ ਕੋ ਕੀਜੈ ਰਹਾਉ ਦਾ ਬੰਦ ਹੈ। ਇਹੋ ਜਿਹੇ ਸਾਰੇ ਧਰਮ ਕਰਮ ਦੇ ਕੰਮ ਕੇਵਲ ਧਿਆਨ ਲਗਾਉਣ ਦੀ, ਸਮਾਧੀ ਲਗਾਉਣ ਦੀ ਗੱਲ ਨਹੀਂ। ਕਹਿੰਦੇ ਇਹੋ ਜਿਹੇ ਧਰਮ ਕਰਮ ਦੇ ਕੰਮ ਜਾਂ ਧਿਆਨ ਸਮਾਧੀਆਂ ਲਗਾ ਕੇ ਆਪਣੇ ਜਤੀ ਤਪੀ ਹੋਣ ਦਾ, ਜਾਪ ਕਰਨ ਦਾ, ਢੋਂਗ ਕਰਨ ਦਾ ਕੋਈ ਲਾਭ ਨਹੀਂ। ਜੇ ਮਨ ਜਿਹੜਾ ਉਹ ਸੱਪ ਵਾਂਗ ਜਦੋਂ ਵੀ ਕਿਤੇ ਲੋੜ ਪਈ ਤਾਂ ਮੌਕਾ ਲੱਗਾ ਡੰਗ ਮਾਰਤਾ ਕਿਸੇ ਦੇ, ਤੇ ਜਦੋਂ ਹੀ ਬਗਲੇ ਵਾਂਗ ਮੌਕਾ ਮਿਲਿਆ ਤਾਂ ਕਿਸੇ ਨੂੰ ਗਰਾਸ ਬਣਾ ਲਿਆ। ਕਹਿੰਦੇ ਜੇ ਸੁਰਤੀ ਇਦਾਂ ਦੀ ਹੈ, ਸੁਭਾਅ ਇਦਾਂ ਦਾ, ਤੇ ਕਹਿੰਦੇ ਆ ਜਾਪ ਤਾਪ ਦਾ ਐਸੇ ਦਾ ਕੋਈ ਲਾਭ ਨਹੀਂ। ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੇ। ਕਹਿੰਦੇ ਜਿਵੇਂ ਸ਼ੇਰ ਹਰ ਸਮੇਂ ਤਾਕ ਵਿੱਚ ਰਹਿੰਦਾ ਹੈ ਕਿ ਕੋਈ ਜੀਵ ਜਿਹੜਾ ਉਹ ਮੇਰੇ ਸ਼ਿਕਾਰ ਦੀ, ਮਾਰ ਦੀ ਦਾਇਰੇ ਵਿੱਚ ਆ ਜਾਵੇ ਤੇ ਮੈਂ ਉਹਨੂੰ ਮਾਰ ਕੇ ਖਾ ਲਵਾਂ, ਆਪਣਾ ਗਰਾਸ ਬਣਾ ਲਵਾਂ। ਕਹਿੰਦੇ ਜਿਹੜੇ ਵਲਛਲ ਕਰਨ ਵਾਲੇ ਹੁੰਦੇ ਨੇ, ਕਪਟ ਕਰਨ ਵਾਲੇ ਹੁੰਦੇ ਨੇ, ਉਹ ਵੀ ਹਮੇਸ਼ਾ ਇਸੇ ਫਿਰਾਕ ਵਿੱਚ, ਇਸੇ ਤਾਕ ਵਿੱਚ ਰਹਿੰਦੇ ਨੇ ਕਿ ਕਦੋਂ ਮੈਂ ਕਿਸੇ ਨੂੰ ਆਪਣੀ ਵਲਛਲ ਦਾ ਸ਼ਿਕਾਰ ਕਰਕੇ ਲੁੱਟ ਲਵਾਂ, ਠੱਗ ਲਵਾਂ, ਉਸ ਤੋਂ ਪੈਸਾ ਐਂਠ ਲਵਾਂ। ਬਹੁਤ ਸਾਰੇ ਸੰਸਾਰ ਵਿੱਚ ਜੀਵ ਐਸੇ ਕੰਮ ਕਰਦੇ। ਕਹਿੰਦੇ ਐਸੇ ਮਨੁੱਖ ਨੂੰ ਸੰਸਾਰ, ਉਹ ਭਾਵੇਂ ਕਿੰਨੇ ਵੀ ਧਾਰਮਿਕ ਲਿਬਾਸ ਧਾਰਨ ਕਰਕੇ ਧਰਮ ਦੇ ਕਰਮਾਂ ਦਾ ਦਿਖਾਵਾ ਕਰਦੇ ਰਹੇ, ਉਹਨੂੰ ਠੱਗ ਦਿਓ, ਭਾਵ ਠੱਗਾਂ ਦਾ ਸਰਦਾਰ ਹੀ ਆਖਿਆ ਜਾਏਗਾ। ਇੱਕ ਸਾਹਿਬ ਬਚਨ ਬਖਸ਼ਿਸ਼ ਕਰਦੇ ਨੇ ਆਸਾ ਕੀ ਵਾਰ ਵਿੱਚ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਮੈਂ ਜ਼ੁਬਾਨ ਤੋਂ ਇੱਕ ਕਲਾ ਹੈ, ਮਾੜੀ ਮੋਟੀ ਮਿੱਠੀਆਂ ਮਿੱਠੀਆਂ ਚਿਕਨੀਆਂ ਚੁਪੜੀਆਂ ਗੱਲਾਂ ਕਰਕੇ ਕਿਸੇ ਨੂੰ ਆਪਣੇ ਬੜੇ ਚੰਗੇ ਹੋਣ ਦਾ, ਭਲੇ ਹੋਣ ਦਾ ਪ੍ਰਭਾਵ ਪਾ ਸਕਦਾ, ਪਰ ਜਿਹੜੀ ਮੇਰੀ ਕਰਨੀ ਹੈ ਉਹ ਮਾਲਕ ਤੋਂ ਲੁਕੀ ਨਹੀਂ। ਸੰਸਾਰ ਤੋਂ 1 ਤੋਂ 2 ਤੋਂ 10 ਵੀ ਹਜ਼ਾਰਾਂ ਤੋਂ ਲੁਕਾ ਸਕਦਾ, ਇੱਕ ਵਾਰੀ 10 ਵਾਰੀ 20 ਵਾਰੀ 50 ਵਾਰੀ ਲੁਕਾ ਸਕਦਾ, ਪਰ ਜਿੱਦਾਂ ਦਾ ਸੁਭਾਅ ਹੁੰਦਾ ਹੈ ਉਹ ਸੁਭਾਅ ਦੇਰ ਸਵੇਰ ਪ੍ਰਗਟ ਹੋ ਜਾਂਦਾ ਹੈ, ਉਹ ਲੁਕਿਆ ਨਹੀਂ ਲੁਕਦਾ। ਜਿਵੇਂ ਕਬੀਰ ਸਾਹਿਬ ਨੇ ਇੱਕ ਲਸਣ ਦੀ ਮਿਸਾਲ ਦਿੱਤੀ ਹੈ, ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਕਹਿੰਦੇ ਕਿਸੇ ਘਰ ਦੇ ਖੂੰਜੇ ਕੋਨੇ ਵਿੱਚ ਲੁੱਕ ਕੇ ਵੀ ਜੇ ਲਸਣ ਖਾ ਲਓਗੇ ਨਾ ਤੇ ਉਹਦੀ ਜਿਹੜੀ ਭੈੜੀ ਸਮੈਲ ਹੈ, ਕਹਿੰਦੇ ਉਹ ਪ੍ਰਗਟ ਹੋ ਹੀ ਜਾਣੀ ਹੈ। ਸੋ ਕਿੰਨੇ ਵੀ ਲੁਕ ਕੇ ਸੰਸਾਰ ਤੋਂ ਮਾੜੇ ਕੰਮ ਕਰ ਲੋ ਤੇ ਬਾਹਰੋਂ ਆਪਣੇ ਧਾਰਮਿਕ ਲਿਬਾਸ ਪਾ ਕੇ ਉਹਨਾਂ ਨੂੰ ਢੱਕਣ ਦਾ, ਲੁਕਾਉਣ ਦਾ ਯਤਨ ਕਰੋ, ਕਹਿੰਦੇ ਉਹ ਕਿਤੇ ਨਾ ਕਿਤੇ ਪ੍ਰਗਟ ਹੋ ਹੀ ਜਾਂਦੇ ਨੇ, ਲੁਕਾਏ ਨਹੀਂ ਜਾ ਸਕਦੇ। ਇਸ ਲਈ ਸਾਹਿਬਾਂ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ, ਬਚਨ ਛੋੜੀ ਲੈ ਪਾਖੰਡਾ, ਨਾਏ ਲਏ ਜਾਏ ਤਰੰਦਾ। ਇਹੋ ਜਿਹੇ ਪਾਖੰਡ ਦੇ ਕਰਮ ਛੱਡ ਦੇ, ਪਰਮੇਸ਼ਰ ਦਾ ਨਾਮ ਜਪੇਗਾ ਤਾਂ ਹੀ ਇਸ ਭਵ ਸਾਗਰ ਨੂੰ ਪਾਰ ਕਰ ਸਕਦਾ, ਆਪਣੀ ਮੰਜ਼ਿਲ ਤੇ ਪਹੁੰਚ ਸਕਦਾ। ਨਹੀਂ ਤਾਂ ਜਿਨ੍ਹਾਂ ਨੇ ਵੀ ਇਹੋ ਜਿਹੇ ਕੰਮ ਕੀਤੇ, ਸਾਹਿਬਾਂ ਨੇ ਨਿਰਣਾ ਬਖਸ਼ਿਸ਼ ਕੀਤਾ ਹੋਇਆ, ਜੇਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰੇ ਹੋਰੇ। ਕਹਿੰਦੇ ਜਿਨ੍ਹਾਂ ਨੇ ਵੀ ਇਹੋ ਜਿਹੇ ਯਤਨ ਕੀਤੇ ਕਿ ਜਾਪ ਤਾਪ ਨੇਮ ਸੰਜਮ ਦੀ ਟੇਕ ਲੈ ਕੇ ਤੇ ਬਾਹਰੋਂ
ਧਰਮੀ ਹੋਣ ਦਾ ਤੇ ਅੰਦਰੋਂ ਵਲ ਛਲ ਕਰਨ ਦਾ। ਕਹਿੰਦੇ ਉਹ ਸਾਰੇ ਦੇ ਸਾਰੇ ਡੁੱਬੇ। ਸੋ ਬਣਨਾ ਕੀ ਹੈ, ਜੋ ਸਾਹਿਬਾਂ ਨੇ ਸਮਝਾਇਆ ਕਿ ਜਿਸ ਕਾਰਨ ਤੁਸੀਂ ਜਗਤ ਵਿੱਚ ਆਏ ਹੋ, ਜਿਸ ਜਲ ਨਿਧ ਕਾਰਨ, ਬਾਬਾ ਨਾਨਕ ਜੀ, ਤੁਮ ਜਗ ਆਏ ਸੋ ਅੰਮ੍ਰਿਤ ਗੁਰ ਮਾਹੀ ਗੁਰ ਪਾਹੀ ਜਿਉ। ਕਹਿੰਦੇ ਉਹ ਅੰਮ੍ਰਿਤ ਰੂਪੀ ਨਾਮ ਰੂਪੀ ਜਲ ਜਿਹੜਾ ਗੁਰੂ ਦੇ ਕੋਲ ਹੈ, ਗੁਰੂ ਤੀਰਥ ਹੈ, ਗੁਰੂ ਹੀ ਦਰਿਆਓ ਹੈ, ਗੁਰੂ ਕੋਲੋਂ ਹੀ ਮਿਲ ਸਕਦਾ ਹੈ, ਹੋਰ ਕਿਤੇ ਭਟਕਣ ਦੀ ਲੋੜ ਨਹੀਂ, ਪੂਰੇ ਗੁਰੂ ਕੋਲੋਂ, ਸਮਰਥ ਗੁਰੂ ਕੋਲੋਂ। ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜਿਉ। ਕਹਿੰਦੇ ਆ ਵੇਸ ਧਾਰਮਿਕ ਕਰਕੇ, ਚਤੁਰਾਈਆਂ ਸਿਆਣਪਾਂ ਕਰਕੇ, ਲੋਕਾਂ ਨੂੰ ਧਰਮੀ ਹੋਣ ਵਾਲਾ ਆ ਪਖੰਡ ਕਰਨ ਦਾ ਜਿਹੜਾ ਕੰਮ ਹੈ ਛੱਡ ਦਿਓ। ਕਹਿੰਦੇ ਦੁਬਿਧਾ ਵਿੱਚ ਉਹ ਜਿਹੜਾ ਫਲ ਤੁਹਾਨੂੰ, ਜਿਸ ਨੂੰ ਲੈਣ ਲਈ ਆਏ ਹੋ, ਅੰਮ੍ਰਿਤ ਰੂਪੀ ਫਲ ਸਾਹਿਬਾਂ ਨੇ ਬਖਸ਼ਿਸ਼ ਕੀਤਾ ਨਾ ਬਾਣੀ 'ਚ, ਜਿਹੜਾ ਗੁਰੂ ਦੇ ਕੋਲ ਹੈ। ਕਹਿੰਦੇ ਉਹ ਅੰਮ੍ਰਿਤ ਰੂਪੀ ਨਾਮ ਰੂਪੀ ਫਲ ਨਹੀਂ ਮਿਲੇਗਾ ਜੇ ਇਹੋ ਜਿਹੇ ਵਲ ਛਲ ਵਾਲੇ ਕੰਮ ਕਰੋਗੇ। ਤਾਂ ਆ ਵੇਸ ਭੇਖ ਦੀਆਂ ਸਿਆਣਪਾਂ, ਵਲ ਛਲ ਚਤੁਰਾਈਆਂ ਬਗਲੇ ਵਾਲੀਆਂ ਛੱਡ ਦਿਓ, ਤੇ ਜਿਸ ਕਾਰਨ ਲਈ ਜਗਤ ਨਿਰੰਕਾਰ ਨੇ ਤੁਹਾਨੂੰ ਭੇਜਿਆ, ਗੁਰੂ ਦੀ ਸ਼ਰਨ ਚਰਨ ਨਾਲ ਜੁੜ ਜਾਵੋ, ਤੇ ਉਹਦੇ ਕੋਲੋਂ ਉਹ ਉਹਨਾਂ ਦੇ ਬਚਨ ਮੰਨ ਕੇ, ਉਹਨਾਂ ਦੇ ਹੁਕਮ ਮੰਨ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਬੰਨੇ ਭਾਈ, ਉਹਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੋ। ਨਹੀਂ ਤਾਂ ਇਹੋ ਜਿਹੀਆਂ ਸਿਆਣਪਾਂ ਜਿਹੜੀਆਂ ਨੇ ਉਹ ਅਖੀਰ ਵੇਲੇ, ਜਦੋਂ ਤੁਹਾਡੇ ਕੀਤੇ ਹੋਏ ਕੰਮਾਂ ਦਾ ਲੇਖਾ ਜੋਖਾ ਹੋਣਾ। ਆਪਾਂ ਬੜੀ ਵਾਰ ਸੁਖਮਨੀ ਸਾਹਿਬ ਦੇ ਇਸ ਬਚਨ ਦੀ ਸਾਂਝ ਕੀਤੀ ਹੈ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਬਾਕੀ ਹੋਰ ਸਾਰੀਆਂ ਸਾਡੀਆਂ ਐਕਟੀਵਿਟੀਆਂ, ਸਾਰੇ ਕੀਤੇ ਹੋਏ ਕੰਮ ਜਿਹੜੇ ਨੇ ਪਰਮੇਸ਼ਰ ਨੂੰ ਵਿਸਾਰ ਕੇ ਵਲ ਛਲ ਵਾਲੇ, ਕਹਿੰਦੇ ਉਹ ਸਾਰੇ ਉਹਨਾਂ ਦਾ ਦੰਡ ਮਿਲੇਗਾ, ਸਜ਼ਾ ਮਿਲੇਗੀ, ਔਰ ਤਿਲ ਮਾਤਰ ਵੀ ਉਹਨੇ ਲਿਹਾਜ਼ ਨਹੀਂ ਕਰਨਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਕੇਵਲ ਸਿਫਤ ਸਲਾਹ ਕੀਤੀ ਹੋਈ ਤੁਹਾਡੇ ਲੇਖੇ ਵਿੱਚ, ਅਕਾਊਂਟ ਵਿੱਚ ਜੁੜਨੀ ਹੈ, ਕ੍ਰੈਡਿਟ ਵਿੱਚ, ਬਾਕੀ ਸਭ ਡੈਬਿਟ ਹੈ, ਖਤਮ ਹੋ ਜਾਣਾ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤਿਸ਼ਨ ਨਾ ਤਰਾਪੈ। ਕਹਿੰਦੇ ਇਹੋ ਜਿਹੇ ਅਨੇਕਾਂ ਯਤਨਾਂ ਨਾਲ ਵੀ ਮਨ ਦੀ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਭੋਗਾਂ ਨੂੰ ਮਾਣਨ ਦੀ ਜਿਹੜੀ ਭੁੱਖ ਹੈ, ਕਹਿੰਦੇ ਉਹ ਤ੍ਰਿਸ਼ਨਾ ਮਿਟਣੀ ਨਹੀਂ, ਰੱਜਣੀ ਨਹੀਂ, ਖਤਮ ਨਹੀਂ ਹੋਣੀ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ। ਕਹਿੰਦੇ ਇਹੋ ਜਿਹੇ ਅਨੇਕਾਂ ਭੇਖ ਵਾਲੇ ਕਰਮ ਜਿਹੜੇ ਨੇ, ਉਹ ਅੰਦਰ ਬਲਦੀ ਹੋਈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਤ੍ਰਿਸ਼ਨਾ ਦੀ, ਈਰਖਾ ਦੀ, ਦਵੈਸ਼ ਦੀ, ਉਹ ਅਗਨੀ ਨੂੰ ਬੁਝਾ ਨਹੀਂ ਸਕਦੇ। ਇਹੋ ਜਿਹੇ ਕਰੋੜਾਂ ਉਪਾਵ ਜਿਹੜੇ ਨੇ, ਉਹ ਮਾਲਕ ਦੇ ਦਰ ਕਰਤੇ ਨਹੀਂ ਪਹੁੰਚਾਣਗੇ, ਜਿੰਨੇ ਮਰਜ਼ੀ ਤੁਸੀਂ ਕਰ ਲਓ। ਸੋ ਕੇਵਲ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜਿਹਦਾ ਸਦਕਾ ਤੁਸੀਂ ਗੁਣਾ ਕਰਕੇ, ਮਾਲਕ ਵਰਗੇ ਹੋ ਕੇ ਉਹਦੇ 'ਚ ਸਮਾ ਸਕਦੇ ਹੋ। ਤੇ ਜਿਹੜੇ ਗੁਰੂ ਦੇ ਬਚਨਾਂ ਨੂੰ ਸਮਝਦੇ ਨੇ, ਪਿਆਰ ਕਰਦੇ ਨੇ, ਭੈ ਭਾਵਨੀ ਨਾਲ ਅਪਣਾਉਂਦੇ ਨੇ, ਕਹਿੰਦੇ ਉਹ ਸੰਸਾਰ ਵਿੱਚ ਧਨਾੜ ਗਿਣੇ ਜਾਂਦੇ ਨੇ, ਮਾਲਕ ਦੀ ਨਜ਼ਰਾਂ ਵਿੱਚ ਵੀ ਧਨਵੰਤ ਗਿਣੇ ਜਾਂਦੇ ਨੇ। ਧਨਵੰਤ ਨਾਮ ਕੇ ਵਣਜਾਰੇ, ਸਾਂਝੀ ਕਰੋ ਨਾਮ ਧਨ ਖਾਟੋ, ਗੁਰ ਕਾ ਸ਼ਬਦ ਵਿਚਾਰੇ। ਇੰਨਾ ਸਪਸ਼ਟ ਬਚਨ ਹੈ ਕਿ ਖੱਟਣਾ ਕੀ ਹੈ, ਕਮਾਉਣਾ ਕੀ ਹੈ, ਔਰ ਕਮਾਉਣਾ ਕਿਵੇਂ ਹੈ। ਜਿਹੜੇ ਨਾਮ ਦਾ ਵਣਜ ਵਪਾਰ ਕਰਦੇ ਨੇ, ਕਹਿੰਦੇ ਉਹ ਧਨਾੜ ਨੇ, ਅਸਲੀ ਅਮੀਰ ਉਹ ਰੱਜੇ ਪੁੱਜੇ ਉਹ ਨੇ। ਸਾਂਝੀ ਕਰੋ ਨਾਮ ਧਨ ਖਾਟੋ, ਕਹਿੰਦੇ ਗੁਰੂ ਨਾਲ ਭਾਈਵਾਲੀ ਪਾ ਲਓ, ਸੰਗਤ ਨਾਲ ਭਾਈਵਾਲੀ ਪਾ ਲਓ, ਪਾਰਟਨਰਸ਼ਿਪ ਕਰ ਲਓ। ਖੱਟੋ ਕੀ ਉੱਥੋਂ, ਨਾਮ ਧਨ ਖਾਟੋ, ਕਿਵੇਂ? ਗੁਰ ਕਾ ਸ਼ਬਦ ਵਿਚਾਰੇ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ। ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਕਹਿੰਦੇ ਆ ਵਲ ਛਲ ਵਾਲੇ, ਆ ਕਪਟ ਵਾਲੇ ਕੰਮ ਛੱਡ ਦਿਓ, ਨਿਰਵੈਰ ਹੋ ਜਾਓ। ਜਿਵੇਂ ਗੁਰੂ ਪਰਮੇਸ਼ਰ ਨਿਰਭਉ ਔਰ ਨਿਰਵੈਰ ਹੈ, ਜਦੋਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਕਮਾਉਂਦੇ ਨਿਰਭਉ ਔਰ ਨਿਰਵੈਰ ਹੋ ਜਾਓਗੇ, ਤਾਂ ਸਮਝੋ ਕਿ ਤੁਸੀਂ ਰਸਤੇ ਤੇ ਪਹੁੰਚ ਗਏ ਠੀਕ। ਸੋ ਪ੍ਰਭ ਸੰਗ ਨਿਹਾਰੇ, ਕਹਿੰਦੇ ਉਸ ਮਾਲਕ ਨੂੰ ਹਮੇਸ਼ਾ, ਜਿਹੜਾ ਤੁਹਾਨੂੰ ਵੀ ਹਰ ਸਮੇਂ ਦੇਖ ਰਿਹਾ, ਉਹਨੂੰ ਹਮੇਸ਼ਾ ਅੰਗ ਸੰਗ ਜਾਣੋ ਕਿ ਉਹਦੇ ਕੋਲੋਂ ਨਹੀਂ ਲੁਕਾ ਸਕਦੇ। ਸੰਸਾਰ ਕੋਲੋਂ ਭਾਵੇਂ ਲੁਕਾ ਲਈਏ, 10 ਵਾਰੀ 1000 ਵਾਰੀ ਲੁਕਾ ਲਈਏ, ਉਸ ਮਾਲਕ ਤੋਂ ਨਹੀਂ ਲੁਕਾ ਸਕਦੇ। ਉਹਨੂੰ ਹਮੇਸ਼ਾ ਆਪਣੇ ਸੰਗ ਜਾਣੋ। ਖਾਤ ਖਰਚਿਤ ਕਿਛ ਨਿਖੁਟਤ ਨਾਹੀ, ਅਗਨਤ ਭਰੇ ਭੰਡਾਰੇ। ਕਹਿੰਦੇ ਜੇ ਪਰਮੇਸ਼ਰ ਦੇ ਦਰ ਘਰ ਤੋਂ, ਗੁਰੂ ਦੇ ਦਰ ਘਰ ਤੋਂ
ਉਹਦੇ ਨਾਮ ਰੂਪੀ ਧਨ ਨੂੰ ਕਮਾਓਗੇ, ਉਹਨੂੰ ਜੋੜੋਗੇ ਤੇ ਉਹਨੂੰ ਖਰਚੋਗੇ, ਕਹਿੰਦੇ ਕਦੇ ਖਤਮ ਨਹੀਂ ਹੋਣਾ, ਮੁੱਕਣਾ ਨਹੀਂ। ਖਾਤ ਖਰਚਿਤ ਕਿਛ ਨਿਖੁਟਿਤ ਨਾਹੀ, ਅਗਨਤ ਭਰੇ ਭੰਡਾਰੇ। ਕਹਿੰਦੇ ਅਣਗਿਣਤ ਐਸੇ ਸ਼ੁਭ ਗੁਣਾਂ ਦੇ ਜਿਹੜੇ ਨਾਮ ਸਿਮਰਨ ਚੋਂ, ਉਹਦੀ ਸਿਫਤ ਸਲਾਹ ਚੋਂ ਪ੍ਰਾਪਤ ਹੋਣੇ ਨੇ, ਕੀਮਤੀ ਹੀਰੇ ਮੋਤੀ ਜਵਾਹਰਾਤ। ਕਹਿੰਦੇ ਅਨੇਕਾਂ ਭੰਡਾਰ ਭਰੇ ਪਏ ਨੇ ਜਿਹੜੇ ਮੁੱਕਣ ਵਾਲੇ ਨਹੀਂ। ਖੁੱਲੇ ਦਿਲ ਨਾਲ ਖਰਚ ਕਰੋ, ਗੁਰੂ ਕੋਲੋਂ ਲਓ, ਉਹਦੇ ਨਾਲ ਸਾਂਝ ਕਰਕੇ ਪ੍ਰੋਫਿਟ ਕਮਾਓ ਤੇ ਖੁੱਲ ਕੇ ਖਰਚੋ। ਉਹਨਾਂ ਦੇ ਖਤਮ ਹੋਣ ਦੀ ਚਿੰਤਾ ਹੀ ਨਹੀਂ ਕਰਨ ਦੀ ਲੋੜ। ਕਹੋ ਨਾਨਕ ਸੋਭਾ ਸੰਗ ਜਾਵੋ, ਪਾਰ ਬ੍ਰਹਮ ਕੇ ਦੁਆਰੇ। ਕਹਿੰਦੇ ਜੇ ਇਹ ਧਨ ਖੱਟੋਗੇ, ਖਾਵੋਗੇ, ਖਰਚੋਗੇ, ਜਿਹਦੇ ਬਾਰੇ ਸਾਹਿਬਾਂ ਨੇ ਹੁਕਮ ਕੀਤਾ ਸਾਨੂੰ ਖਾਵੋ, ਖਰਚੋ, ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ। ਕਹਿੰਦੇ ਜੇ ਇਸ ਤਰ੍ਹਾਂ ਸਿਫਤ ਸਲਾਹ ਦੇ ਸੱਚ ਦਾ ਵਪਾਰ ਕਰਦੇ ਹੋਏ ਗੁਰੂ ਦੀ ਸ਼ਰਨ ਪੈ ਕੇ ਐਸੇ ਅਮੀਰ ਬਣ ਕੇ, ਧਨਵੰਤ ਬਣ ਕੇ ਉਹਦੇ ਦਰ ਤੇ ਜਾਓਗੇ ਤਾਂ ਫਿਰ ਸ਼ੋਭਾ ਮਿਲੇਗੀ। ਕਹੋ ਨਾਨਕ ਸੋਭਾ ਸੰਗ ਜਾਵੋ, ਪਾਰ ਬ੍ਰਹਮ ਕੇ ਦੁਆਰੇ। ਸੋ ਜੁਗਤਾਂ ਸਾਹਿਬਾਂ ਨੇ ਸਾਰੀਆਂ ਬੜੇ ਬੜੇ ਢੰਗ ਨਾਲ, ਬੜੇ ਖੂਬਸੂਰਤ ਮਿਸਾਲਾਂ ਦੇ ਕੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਜੇ ਅਸੀਂ ਨਹੀਂ ਅਪਣਾ ਰਹੇ ਤਾਂ ਇਹ ਸਾਡੀ ਆਪਣੀ ਘਾਟ ਹੈ, ਆਪਣੀ ਐਸਾ ਸੋਚ ਸਕਦੇ ਹਾਂ ਕਿ ਮੰਦਭਾਗ ਨੇ ਉਹਨਾਂ ਦੇ ਜਿਹੜੇ ਕੋਲ ਇੰਨਾ ਅਮੋਲਕ ਹੀਰੇ ਮੋਤੀ ਜਵਾਹਰਾਤਾਂ ਦਾ ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤਾ ਹੋਇਆ। ਲਾਲ ਜਵੇਹਰ ਭਰੇ ਭੰਡਾਰ, ਤੋਟ ਨਾ ਆਵੇ ਜਪ ਨਿਰੰਕਾਰ। ਕਹਿੰਦੇ ਭੰਡਾਰ ਭਰੇ ਪਏ ਨੇ ਤੇ ਜੇ ਫਿਰ ਵੀ ਆਪਾਂ ਕੰਗਾਲਾਂ ਦੀ ਤਰ੍ਹਾਂ ਘੁੰਮਾਂਗੇ ਤਾਂ ਅਸੀਂ ਮੰਦਭਾਗੇ ਹਾਂ। ਸੋ ਜਿਹੜੇ ਐਸਾ ਭੇਖ ਕਰ ਰਹੇ ਨੇ, ਐਸੇ ਹੀ ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠਗ ਦਿਓ ਬਖਾਨੇ, ਸੱਪ ਵਾਂਗ ਬਗਲੇ ਵਾਂਗ ਸਮਾਧੀਆਂ ਲਗਾ ਰਹੇ ਨੇ। ਕਹਿੰਦੇ ਉਹ ਤਾਂ ਇਸ ਤਰ੍ਹਾਂ ਕਰ ਰਹੇ ਨੇ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ। ਕਹਿੰਦੇ ਬਾਹਰੋਂ ਉਜਲੇ ਕੱਪੜੇ ਨੇ, ਬਾਹਰੋਂ ਤਿਲਕ ਵੀ ਧਾਰਨ ਕੀਤਾ ਹੈ, ਜਾਂ ਜਿਹੜਾ ਵੀ ਧਰਮ ਨੂੰ ਮੰਨਣ ਵਾਲੇ ਨੇ ਉਹਦਾ ਲਿਬਾਸ ਧਾਰਨ ਕੀਤਾ ਹੈ ਤਾਂ ਕਿ ਉਸ ਕਮਿਊਨਿਟੀ ਦੇ ਲੋਕ, ਉਸ ਧਰਮ ਦੇ ਲੋਕ ਸਮਝਣ ਕਿ ਬਹੁਤ ਮੰਨਣ ਵਾਲਾ ਰੱਬ ਨੂੰ, ਧਰਮੀ ਕਰਮੀ ਹੈ। ਕਹਿੰਦੇ ਬਾਹਰੋਂ ਭੇਖ ਧਾਰਨ ਕੀਤਾ ਹੋਇਆ ਔਰ ਭੇਖ ਵਾਲੇ ਕਰਮ ਵੀ ਕਰ ਰਿਹਾ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛੁਪਾਇਆ। ਕਹਿੰਦੇ ਆਹ ਸੰਸਾਰ ਤੋਂ ਜਿੰਨੀ ਮਰਜ਼ੀ ਛੁਪਾ ਲਓ, ਸ਼ਾਇਦ ਛੁਪਾਉਣ 'ਚ ਕਾਮਯਾਬ ਹੋ ਜਾਓ, ਉਸ ਮਾਲਕ ਕੋਲੋਂ ਨਹੀਂ ਛੁਪਣਾ। ਤੁਹਾਡੇ ਅੰਦਰ ਕੀ ਚੱਲ ਰਿਹਾ ਹੈ, ਵਿਚਾਰ ਕੀ ਚੱਲ ਰਹੇ ਨੇ, ਤੁਹਾਡੀ ਕਰਨੀ ਕੀ ਹੈ, ਉਹਦੇ ਕੋਲੋਂ ਨਹੀਂ ਲੁਕਣਾ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਮਾਨ। ਕਹਿੰਦੇ ਬਾਹਰੋਂ ਗਿਆਨ ਧਿਆਨ ਵਾਲੇ ਕਰਮ ਕਰਨ ਦਾ ਪ੍ਰਗਟਾਵਾ ਕਰਦਾ ਹੈ, ਅੰਦਰ ਸੁਭਾਅ ਜਿਹੜਾ ਮਨ ਦਾ ਉਹ ਕੁੱਤੇ ਵਾਂਗ, ਸਵਾਨ ਆਖਦੇ ਨੇ ਕੁੱਤੇ ਨੂੰ, ਕਹਿੰਦੇ ਕੁੱਤੇ ਵਾਂਗ ਲੋਭੀ ਹੈ। ਹਰ ਪਰਾਈ ਚੀਜ਼ ਤੇ ਪਰ ਧਨ ਦੇ ਉੱਤੇ ਮਾੜੀ ਨੀਅਤ ਹੈ, ਖੋਟੀ ਨੀਅਤ ਹੈ, ਭੈੜੀ ਦ੍ਰਿਸ਼ਟੀ ਹੈ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾ। ਕਹਿੰਦੇ ਬਾਹਰੋਂ ਕਈਆਂ ਨੇ ਵਿਭੂਤ ਲਗਾਈ ਹੋਈ ਹੈ, ਜੋਗੀ ਬਣੇ ਹੋਏ ਨਾ, ਘੋਨ ਮੋਨ ਹੋਏ ਨੇ, ਕੋਈ ਜਟਾ ਜੂਟ ਹੋਏ ਨੇ, ਨਾਮ ਮਾਤਰ ਸਰੀਰ ਤੇ ਕੱਪੜੇ ਧਾਰਨ ਕੀਤੇ ਹੋਏ ਨੇ, ਜਿਹਨੂੰ ਉਹ ਵਿਭੂਤ ਆਖਦੇ ਨੇ, ਸਵਾਹ ਮਲੀ ਹੋਈ ਹੈ ਪਿੰਡੇ ਤੇ, ਕਿ ਅਸੀਂ ਤਾਂ ਸਰੀਰ ਨੂੰ ਸਵਾਹ ਵਾਂਗ ਸਮਝਦੇ, ਸਾਨੂੰ ਤਾਂ ਇਹ ਨਾਲ ਸਰੀਰ ਨਾਲ ਜਾਂ ਸਰੀਰ ਦੇ ਭੋਗਾਂ ਨਾਲ ਕੋਈ ਮੋਹ ਮਾਇਆ ਨਹੀਂ। ਪਰ ਕਹਿੰਦੇ ਅੰਦਰ ਅਗਨੀ ਦੇ ਭਰੇ ਹੁੰਦੇ ਨੇ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾ। ਇਹ ਤਾਂ ਕਹਿੰਦੇ ਇਸ ਤਰ੍ਹਾਂ ਹੈ ਵੀ ਗਲੇ ਵਿੱਚ ਔਗਣਾ ਦਾ, ਛਲ ਕਪਟ ਦਾ, ਵਲ ਛਲ ਦਾ, ਪਾਖੰਡ ਦਾ ਭਾਰਾ ਜਿਹਾ ਪੱਥਰ ਬੰਨਿਆ ਹੋਇਆ ਤੇ ਉਮੀਦ ਕਰਦੇ ਨੇ ਕਿ ਇਸ ਭਵ ਸਾਗਰ ਨੂੰ ਉਤਰ ਜਾਵਾਂਗੇ। ਜਿਹਦੇ ਗਲੇ 'ਚ ਪੱਥਰ ਬੰਨਿਆ ਉਹਨੇ ਤਾਂ ਡੁੱਬਣਾ ਹੀ ਡੁੱਬਣਾ ਨਾ। ਯੂਜ਼ਲੀ ਡੈਡ ਬੋਡੀਜ਼ ਨੂੰ ਕਈ ਵਾਰੀ ਜਿਹੜੇ ਜਲ ਪ੍ਰਵਾਹ ਕਰਦੇ ਉਹ ਭਾਰਾ ਪੱਥਰ ਕੋਈ ਇਹੋ ਜਿਹੀ ਚੀਜ਼ ਬੰਨ ਦਿੰਦੇ ਨੇ ਕਿ ਥੱਲੇ ਚਲਾ ਜਾਵੇ, ਉੱਤੇ ਨਾ ਤੈਰਦੀ ਰਹੇ। ਕਹਿੰਦੇ ਉਹ ਤਾਂ ਬਿਲਕੁਲ ਏਦਾਂ ਨੇ ਕਿ ਮਾਨੋ ਗਲੇ ਵਿੱਚ ਔਗਣਾ ਦਾ, ਵਿਸ਼ੇ ਵਿਕਾਰਾਂ ਦਾ, ਵਲ ਛਲ ਦਾ, ਪਾਖੰਡ ਦਾ ਪੱਥਰ ਬੰਨਿਆ ਤੇ ਉਹ ਭਵ ਸਾਗਰ ਨੂੰ ਪਾਰ ਕਰਨ ਦੀ ਆਸਾ ਕਰਦੇ ਨੇ, ਕਦੇ ਵੀ ਨਹੀਂ ਤਰਨਗੇ। ਸੋ ਸਾਹਿਬਾਂ ਨੇ ਜੋ ਆਪਾਂ ਨੂੰ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ, ਭਗਤ ਬਾਣੀ ਰਾਹੀਂ, ਭਗਤ ਨਾਮਦੇਵ ਜੀ ਦੇ ਰਾਹੀਂ ਜੋ ਨਿਰੰਕਾਰ ਦੇ ਦਰ ਕਰ ਤੋਂ ਬਚਨ ਬਖਸ਼ਿਸ਼ ਹੋਏ ਨੇ, ਉੱਥੇ ਭੇਖਾਂ ਤੋਂ ਬਚ ਕੇ ਪਾਖੰਡ ਨੂੰ ਤਿਆਗਣ ਦੀ ਜੋ ਆਪਾਂ ਕਹਿ ਸਕਦੇ ਹਾਂ ਪ੍ਰੇਰਨਾ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਔਰ ਭਗਤ ਨਾਮ ਜੀ ਦੇ ਸ਼ਬਦ ਰਾਹੀਂ ਬਖਸ਼ਿਸ਼ ਕੀਤੀ ਹੈ। ਇੱਕ ਹੋਰ ਬਚਨ ਸਾਹਿਬ ਸਮਝਾਉਂਦੇ ਨੇ, ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ। ਕਹਿੰਦੇ ਲੋਕਾਂ ਨੂੰ ਭਰਮਾਉਂਦਾ ਫਿਰਦਾ ਹੈ, ਲੋਕਾਂ ਨੂੰ
ਪ੍ਰਭਾਵਿਤ ਕਰਦਾ ਫਿਰਦਾ ਹੈ। ਬਾਹਰੋਂ ਧਾਰਮਿਕ ਲਿਬਾਸ ਧਾਰਨ ਕਰਕੇ ਬੜੇ ਬੜੇ ਭੇਖ ਲੋਕਾਂ ਨੇ ਧਾਰਨ ਕੀਤੇ ਹੁੰਦੇ ਨੇ। ਤਿੰਨ ਤਿੰਨ ਤਰ੍ਹਾਂ ਦੇ ਤਿਲਕ ਲਾਏ, ਕਿਸੇ ਨੇ ਕੇਸਰ ਦਾ ਲਾਇਆ, ਕਿਸੇ ਨੇ ਚੰਦਨ ਦਾ ਲਾਇਆ, ਕਿਸੇ ਨੇ ਹੱਥ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਇੱਧਰ ਮਾਲਾ ਬੰਨੀਆਂ, ਇੱਧਰ ਮਾਲਾ ਬੰਨੀਆਂ, ਗਲੇ 'ਚ ਮਾਲਾ ਪਾਈਆਂ, ਹੋਰ ਬੜਾ ਕੁਝ ਕੀਤਾ ਹੁੰਦਾ। ਉਹ ਕੱਪੜੇ ਇਹੋ ਜਿਹੇ ਪਾਏ ਹੁੰਦੇ ਨੇ ਜਿਨ੍ਹਾਂ ਤੇ ਰਾਮ ਨਾਮ ਲਿਖਿਆ ਹੈ। ਉਹ ਜਿਵੇਂ ਭਗਤ ਕਬੀਰ ਜੀ ਸਮਝਾਉਂਦੇ ਨੇ ਵੀ ਇੱਥੇ ਕੱਪੜਿਆਂ ਤੇ ਰਾਮ ਨਾਮ ਲਿਖਣ ਨਾਲ ਕੀ ਹੋ ਜਾਣਾ ਹੈ, ਜਾਂ ਇਹੋ ਜਿਹੀਆਂ ਮਾਲਾ ਰਾਮ ਨਾਮ ਦੀਆਂ ਫੇਰਨ ਨਾਲ ਕੁਝ ਲਾਭ ਨਹੀਂ ਹੋਣਾ ਤੁਹਾਨੂੰ। ਜਿਵੇਂ ਉਹ ਲੱਕੜੀ ਦੀ ਜਪਨੀ ਬਾਰੇ ਕਬੀਰ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨ ਚੇਤਨੀ, ਇਹ ਜਪਨੀ ਕਿਆ ਹੋਏ। ਸਾਡੇ ਵਿੱਚ ਵੀ ਉਹ ਪਲਾਸਟਿਕ ਦੀਆਂ ਹੋਰ ਚਿੱਟੀਆਂ ਚਿੱਟੀਆਂ ਹੋਰ ਕਈ ਤਰ੍ਹਾਂ ਦੀਆਂ ਮਾਲਾ ਫੇਰਨ ਦੀ ਕੁਰੀਤੀ ਜਿਹੜੀ ਹੈ, ਕੁਰੀਤੀ ਆਖਾਂਗਾ ਮੈਂ, ਆ ਗਈ। ਮਾਲਾ ਫੇਰਨ ਦਾ ਸਾਡੇ ਵਿੱਚ ਕੋਈ ਮਰਿਆਦਾ ਵਿਧਾਨ ਨਹੀਂ ਹੈ। ਹਿਰਦੈ ਰਾਮ ਨ ਚੇਤਨੀ, ਇਹ ਜਪਨੀ ਕਿਆ ਹੋਏ। ਬਾਣੀ ਕੂਕ ਕੂਕ ਕੇ ਕਹਿ ਰਹੀ ਹੈ ਕਿ ਮਨ ਵਿੱਚ ਉਸ ਮਾਲਕ ਨੂੰ ਚੇਤੇ ਨਹੀਂ ਕਰ ਰਿਹਾ। ਜ਼ੁਬਾਨ ਰਾਹੀਂ ਗਿਣਤੀ ਮਿਣਤੀ ਦੀਆਂ 101 ਫੇਰਲੀਆਂ, ਇੰਨੀਆਂ ਫੇਰਲੀਆਂ, ਉਨੀਆਂ ਫੇਰਲੀਆਂ ਇਹ ਰਟਨ ਕਰੀ ਜਾ ਰਿਹਾ। ਕਹਿੰਦੇ ਇਹਦੇ ਨਾਲ ਕੀ ਹੋ ਜਾਣਾ? ਜਦੋਂ ਤੱਕ ਮਨ ਵਿੱਚ ਉਹਦੀ ਯਾਦ ਨਹੀਂ ਟਿਕੇਗੀ, ਮਨ ਵਿੱਚ ਉਹਦੀ ਭੈ ਭਾਵਨੀ ਨਹੀਂ ਟਿਕੇਗੀ, ਉਹ ਗੁਰੂ ਸ਼ਬਦ ਰਾਹੀਂ ਟਿਕਣੀ, ਹੋਰ ਕੋਈ ਰਸਤਾ ਕੋਈ ਨਹੀਂ। ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵੇ, ਮਰ ਵਿਸ਼ਟਾ ਮਾਹੇ ਸਮਾਏ। ਕਹਿੰਦੇ ਉਹ ਜਿਸ ਨਿਜ ਘਰ ਮਹਿਲ ਵਿੱਚ ਜਾਣ ਦਾ ਆਪਾਂ ਰੋਜ਼ ਸੋਹਲੇ ਦਾ ਪਾਠ ਕਰਦੇ ਹਾਂ, ਨਿਜ ਘਰ ਮਹਿਲ ਪਾਵੋ ਜਾਂ ਕੋ ਆਏ, ਸੋਈ ਬਿਹਾਜੋ ਹਰ ਗੁਰ ਤੈ ਮਨੈ ਬਸੇਰਾ। ਕਿ ਜਿਸ ਕੰਮ ਲਈ ਆਏ ਹੋ, ਜਿਸ ਵਪਾਰ ਕਰਨ ਲਈ ਆਏ ਹੋ, ਜਿਹੜੀ ਵਸਤੂ ਲੈਣ ਲਈ ਆਏ ਹੋ ਇੱਥੇ, ਕਹਿੰਦੇ ਉਹਨੂੰ ਇਕੱਠਾ ਕਰੋ, ਉਹਦਾ ਵਰਜ ਵਪਾਰ ਕਰੋ। ਹਰ ਗੁਰ ਤੈ ਮਨੈ ਬਸੇਰਾ, ਕਹਿੰਦੇ ਹਰੀ ਦੇ ਸਿਫਤ ਸਲਾਹ ਜਿਹੜੀ ਗੁਰੂ ਕੋਲੋਂ ਪ੍ਰਾਪਤ ਹੋਣੀ, ਉਹਦੇ ਨਾਲ ਹੀ ਇਹ ਮਨ ਵਿੱਚ ਤੁਹਾਡੇ ਟਿਕਣੀ ਹੈ। ਨਿਜ ਘਰ ਫਿਰ ਕੀ ਹੋਏਗਾ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗਾ ਫਿਰ। ਜਨਮ ਮਰਨ ਦਾ ਗੇੜ ਮੁੱਕ ਜਾਏਗਾ, ਹਮੇਸ਼ਾ ਲਈ ਉਸ ਮਾਲਕ ਦੇ ਵਿੱਚ ਸਮਾ ਜਾਓਗੇ, ਉਹਦਾ ਰੂਪ ਹੋ ਕੇ ਆਣਾ ਜਾਣਾ ਮੁੱਕ ਜਾਏਗਾ। ਜਿਹੜੇ ਭੇਖ ਕਰਨਗੇ ਐਸਾ ਹਰ ਕਾ ਮਹਿਲ ਨਾ ਪਾਵਈ, ਮਰ ਵਿਸ਼ਟਾ ਮਾਏ ਸਮਾਏ। ਉਹ ਬਾਰ-ਬਾਰ ਉਹ ਮਾਇਆ ਦੇ ਦੂਤਾਂ ਰਾਹੀਂ ਲੁੱਟੇ ਕੁੱਟੇ ਜਾਣਗੇ, ਮਾਰੇ ਜਾਣਗੇ, ਬਾਰ-ਬਾਰ ਜਨਮ ਮਰਨ ਦੇ ਗੇੜ ਆਣਗੇ, ਔਰ ਮਲ ਮੂਤਰ ਗੰਦਗੀ ਵਿੱਚ ਉਹਨਾਂ ਦਾ ਵਾਸਾ ਹੋਏਗਾ। ਇੱਕ ਹੋਰ ਬਚਨ ਰਾਹੀਂ ਸਮਝਾਉਂਦੇ ਨੇ, ਕਰੈ ਦੋਹ ਕਰਮ ਦਿਖਾਵੈ ਹੋਰ। ਦੋ ਕਰਮ ਹੁੰਦਾ ਦੁਰਾਚਾਰ ਦੇ, ਮੈੜੇ ਕੰਮ ਵਿਚਾਰ ਵਾਲੇ। ਕਹਿੰਦੇ ਕਰਦਾ ਭੈੜੇ ਤੋਂ ਭੈੜੇ ਅਤ ਮਲੀਨਤਾ ਭਰੇ ਕੰਮ ਹੈ, ਦਿਖਾਉਂਦਾ ਆਪਣੇ ਆਪ ਨੂੰ ਬਾਹਰ ਹੋਰ ਤਰ੍ਹਾਂ ਦਾ। ਜੋ ਬਾਬਾ ਫਰੀਦ ਜੀ ਦਾ ਬਚਨ ਸੀ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਬਗਲੇ ਵਾਂਗ ਬਾਹਰੋਂ ਆਪਣੇ ਆਪ ਨੂੰ ਹੰਸ ਬਿਰਤੀ ਵਾਲਾ ਪ੍ਰੈਜ਼ੈਂਟ ਕਰਦਾ ਵੀ ਮੈਂ ਹੰਸ ਵਾਂਗ ਮੋਤੀ ਚੁਗਣ ਵਾਲਾ, ਲੇਕਿਨ ਅੱਖ ਜਿਹੜੀ ਹੈ ਉਹ ਡੱਡੂਆਂ ਮੱਛੀਆਂ ਤੇ ਹੈ, ਸੁਰਤ ਜਿਹੜੀ ਧਿਆਨ ਜਿਹੜਾ ਡੱਡੂਆਂ ਮੱਛੀਆਂ ਨੂੰ ਪਕੜਨ ਕੇ ਗ੍ਰਾਸ ਉਹਨਾਂ ਨੂੰ ਆਪਣੇ ਸ਼ਿਕਾਰ ਬਣਾਉਣ 'ਚ। ਕਹਿੰਦੇ ਕਰੈ ਦੋਹ ਕਰਮ, ਸਾਹਿਬ ਬਖਸ਼ਿਸ਼ ਕਰਦੇ ਨੇ, ਦਿਖਾਵੈ ਹੋਰ ਰਾਮ ਕੀ ਦਰਗਹਿ ਬਾਂਧਾ ਚੋਰ। ਕਹਿੰਦੇ ਚੋਰ ਵਾਂਗ ਉੱਥੇ ਉੱਥੇ ਸੱਚੇ ਹੀ ਸੱਚ ਨੇ ਬੜੇ ਚੁਣ ਵਕ ਕੱਢੇ, ਜਜ ਮਾਲਿਆ ਥਾਉ ਨਾ ਪਾਇਨ, ਕੂੜਿਆਰ ਮੂੰਹ ਕਾਲੇ ਦੋਜਕ ਚਾਲੇ। ਕਹਿੰਦੇ ਕੁੜਿਆਰਾਂ ਵਿੱਚ ਗਿਣੇ ਜਾਣਗੇ, ਦੋਸ਼ੀਆਂ ਵਿੱਚ ਗਿਣੇ ਜਾਣਗੇ, ਉਹਨਾਂ ਦੀ ਗਿਣਤੀ ਹੋਏਗੀ। ਰਾਮ ਰਮੈ ਸੋਈ ਰਾਮਾਣਾ, ਇਹਦਾ ਜਿਹਦਾ ਮਨ ਰਾਮ ਨਾਲ ਰਮਿਆ ਹੋਇਆ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਇਆ। ਜਿਹਦਾ ਮਨ ਰਾਮ ਨਾਲ ਰਮਿਆ ਹੋਇਆ, ਜੁੜਿਆ ਹੋਇਆ, ਭਿੱਜਿਆ ਹੋਇਆ, ਕਹਿੰਦੇ ਉਹਨੂੰ ਹੀ ਜੁੜਿਆ ਸਮਝਣਾ ਚਾਹੀਦਾ, ਉਹਨੂੰ ਹੀ ਮਾਲਕ ਨਾਲ ਰਮਿਆ ਸਮਝਣਾ ਚਾਹੀਦਾ। ਜਲ ਥਲ ਮਹੀਲ ਏਕ ਸਮਾਣਾ, ਕਹਿੰਦੇ ਜਿਹੜਾ ਜਲ ਥਲ ਮਹੀਲ ਵਿੱਚ ਜਿਹਦੀ ਜੋਤ ਸਦਾ ਮੌਜੂਦ ਹੈ, ਕਹਿੰਦੇ ਉਹ ਜਿਹੜਾ ਉਹਦਾ ਰੂਪ ਹੋ ਜਾਂਦਾ ਹੈ, ਉਹ ਕੇਵਲ ਉਹਨੂੰ ਜਪ ਕੇ ਹੁੰਦਾ ਹੈ, ਗੁਰੂ ਦੀ ਸ਼ਰਨ ਪੈ ਕੇ ਹੁੰਦਾ ਹੈ। ਇਹੋ ਜਿਹੇ ਭੇਖ ਪਖੰਡ ਕਰਨ ਨਾਲ ਨਹੀਂ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ, ਮੇਰੇ ਵਰਗਿਆਂ ਦੀ ਹਾਲਤ ਕਿ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਣੀਆਂ, ਧਰਮ ਕਰਮ ਦੀਆਂ, ਗਿਆਨ ਧਿਆਨ ਦੀਆਂ, ਅੰਦਰ ਹਿਰਦੇ ਵਿੱਚ ਕਪਟ ਛਲ ਦਾ ਜ਼ਹਿਰ ਭਰਿਆ ਹੋਣਾ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ, ਜੰਪੁਰ ਬਾਧਾ ਚੋਟਾਂ ਖਾਵੇ। ਕਹਿੰਦੇ ਉਹ ਫਿਰ ਜਮਾ ਦੀ ਮਾਰ ਪਏਗੀ, ਸਜ਼ਾ ਯਾਫਤਾ ਹੋਏਗਾ। ਉਹ ਮਾਲਕ ਦੀ ਕਿਰਪਾ ਦਾ, ਬਖਸ਼ਿਸ਼ ਦਾ, ਰਹਿਮਤ ਦੇ ਪਾਤਰ ਨਹੀਂ ਬਣ ਸਕਦੇ। ਸੋ ਆਖਰੀ ਪੰਕਤੀ ਵਿੱਚ ਜੋ ਸਮਝਾਇਆ ਕਿ ਮਨ ਨੂੰ ਲੜਨ ਦੀ ਵਿਸ਼ੇ ਵਿਕਾਰਾਂ ਨਾਲ ਸਾਹਿਬਾਂ ਨੇ ਗਿਆਨ ਦੀ ਖੜਗ ਲੈ ਕੇ ਜੁਗਤ ਬਖਸ਼ਿਸ਼ ਕੀਤੀ ਹੈ ਕਿ ਮਨ ਨਾਲ ਲੂਝਣਾ ਹੈ, ਹਮੇਸ਼ਾ ਜੂਝਣਾ ਹੈ ਰੋਜ਼, ਕਿਉਂਕਿ ਮਨ ਰੋਜ਼ ਤੁਹਾਡੇ ਤੇ ਹਮਲਾ ਕਰੇਗਾ ਵਿਸ਼ੇ ਵਿਕਾਰਾਂ ਦੇ ਫੁਰਨੇ ਲੈ ਕੇ। ਉਸਨੂੰ ਗੁਰੂ ਦੇ ਗਿਆਨ ਦੀ ਖੜਗ ਨਾਲ ਉਹਨਾਂ ਦਾ ਟਾਕਰਾ ਕਰਨਾ, ਤੇ ਉਹਦੇ ਨਾਲ ਜੂਝਣਾ, ਤੇ ਉਹਨੂੰ ਨਿਰਸਤ ਕਰਨਾ, ਉਹਨੂੰ ਹਰਾਉਣਾ। ਔਰ ਗੁਰੂ ਦੇ ਸ਼ਬਦ ਤੋਂ ਬਿਨਾਂ ਮਨ ਜਿੱਤਿਆ ਨਹੀਂ ਜਾ ਸਕਦਾ। ਉਹ ਇੰਨਾ ਬਲਵਾਨ, ਇੰਨਾ ਚਤਰ, ਇੰਨਾ ਵਲਛਲ ਵਾਲਾ ਹੈ, ਇੰਨੀਆਂ ਜੁਗਤਾਂ ਜਾਣਦਾ ਤੁਹਾਨੂੰ ਉਹ ਕਾਬੂ ਕਰਨ ਦੀਆਂ।
ਨਾਮੇ ਕੇ ਸੁਆਮੀ ਲਾਹੇ ਲੈ ਝਗਰਾ। ਕਹਿੰਦੇ ਉਸ ਮਾਲਕ ਜਿਹੜਾ ਜਗਤ ਦਾ ਸੁਆਮੀ ਹੈ, ਉਹਦੀ ਜੇ ਓਟ ਲਵਾਂਗੇ ਤਾਂ ਆ ਝਮੇਲਾ, ਪਖੰਡ ਕਰਨ ਵਾਲਾ ਸੁਭਾਅ ਜਿਹੜਾ ਇਹ ਮੁੱਕ ਜਾਏਗਾ, ਸੋਝੀ ਹੋ ਜਾਏਗੀ, ਚਾਨਣ ਹੋ ਜਾਏਗਾ। ਇਹ ਪਖੰਡ ਕਰਨ ਨਾਲ, ਭਰਮ ਕਰਨ ਨਾਲ, ਦਿਖਾਵਾ ਕਰਨ ਨਾਲ ਉਹਦੇ ਦਰ ਤੇ ਕਬੂਲ ਨਹੀਂ ਹੋ ਸਕਦੇ। ਤੇ ਕਹਿੰਦੇ ਇੱਥੇ ਸਾਰੇ ਜਗਤ ਨੂੰ ਵੀ ਪ੍ਰੇਰਨਾ ਦੇ ਰਹੇ ਨੇ, ਨਾਮੇ ਕੇ ਸੁਆਮੀ ਲਾਹੇ ਲੈ ਝਗਰਾ। ਉਹ ਜਿਹੜਾ ਜਗਤ ਦਾ ਸੁਆਮੀ ਹੈ, ਜਿਹੜਾ ਨਾਮਦੇਵ ਦਾ ਵੀ ਮਾਲਕ ਹੈ, ਕਹਿੰਦੇ ਉਹਦੀ ਸ਼ਰਨ ਪੈ ਕੇ, ਉਹਦੇ ਦਰ ਘਰ ਤੇ ਢਹਿ ਕੇ, ਉਹਦੀ ਸਿਫਤ ਸਲਾਹ ਦੀ ਟੇਕ ਲੈ ਕੇ, ਆ ਜਿਹੜਾ ਮਨ ਨਾਲ ਝਗੜਾ ਹੈ, ਵਿਸ਼ੇ ਵਿਕਾਰਾਂ ਦੇ ਕਾਬੂ ਆਉਣ ਤੋਂ, ਉਹਨਾਂ ਦੀ ਗ੍ਰਿਫਤ ਤੋਂ, ਉਹਨਾਂ ਦੀ ਪਕੜ ਤੋਂ ਬਚਣ ਦਾ, ਕਹਿੰਦੇ ਇਹਨੂੰ ਨਿਬੇੜ ਲੈ। ਰਾਮ ਰਸਾਇਣ ਉਸ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਰੂਪੀ ਨਾਮ ਨੂੰ ਪੀ, ਔਰ ਇਹ ਵਿਖੇ ਵਿਕਾਰਾਂ ਦੇ ਜਿਹੜੇ ਜ਼ਹਿਰ ਰੂਪੀ ਫਲ ਨੇ, ਇਹ ਜ਼ਹਿਰ ਰੂਪੀ ਵਿਸ਼ ਨੇ, ਕਹਿੰਦੇ ਇਹਨੂੰ ਨਾ ਪੀ, ਇਹਨੂੰ ਤਿਆਗ ਦੇ। ਇਹ ਪੱਥਰ ਦਿਲ ਦਗਰਾ ਪਾਵੇ, ਪੱਥਰ ਦਿਲ ਹੈ ਕਠੋਰ ਚਿਤ ਇਨਸਾਨ। ਬਗਲੇ ਵਾਲਾ ਸੁਭਾਅ ਛੱਡ ਦੇ, ਸੱਪ ਵਾਲਾ ਸੁਭਾਅ ਛੱਡ ਦੇ, ਔਰ ਜਿਵੇਂ ਸ਼ੇਰ ਨਿਰਦਈ ਹੋ ਕੇ ਜਾਨਵਰਾਂ ਨੂੰ ਮਾਰ ਦਿੰਦਾ, ਨਿਰਦੈਤਾ ਵਾਲਾ ਸੁਭਾਅ ਛੱਡ ਦੇ, ਕਠੋਰ ਚਿਤ ਆਪਣਾ ਜਿਹੜਾ ਸੁਭਾਅ ਉਹਨੂੰ ਤਿਆਗ ਦੇ, ਤੇ ਠੱਗੀਆਂ ਠੋਰੀਆਂ ਵਲਛਲ ਨੂੰ ਤਿਆਗ ਕੇ ਉਸ ਮਾਲਕ ਦੀ, ਗੁਰੂ ਦੀ ਸ਼ਰਨ ਪੈ ਕੇ, ਜੋ ਗੁਰੂ ਹੁਕਮ ਬਖਸ਼ਿਸ਼ ਕਰਦੇ ਨੇ, ਉਹਨੂੰ ਕਮਾ ਕੇ ਉਸ ਮਾਲਕ ਦੇ ਨਾਲ ਇੱਕਮਿਕ ਹੋ ਕੇ ਆਪਣਾ ਜੀਵਨ ਸਫਲ ਕਰ ਲਿਆ। ਸਾਹਿਬਾਂ ਨੇ ਸਾਨੂੰ ਵਚਨ ਬਖਸ਼ਿਸ਼ ਕੀਤੇ ਹੋਏ ਨੇ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਔਖੀ ਖੇਡ ਹੈ। ਸਾਹਿਬਾਂ ਨੇ ਆਪ ਹੀ ਕਿਹਾ ਕਿ ਮਨ ਨੂੰ ਕਾਬੂ ਕਰਨਾ, ਮਨ ਨੂੰ ਜਿਤਨਾ, ਮਨ ਬਲਵਾਨ ਹੈ ਔਰ ਮਨ ਬਹੁਤ ਚਤੁਰ ਹੈ। ਉਹਨੂੰ ਜੁਗਤਾਂ, ਟੈਕਨੀਕਸ ਐਸੀਆਂ ਕਾਬੂ ਕਰਨ ਦੀਆਂ, ਸਾਨੂੰ ਟਰੈਪ ਕਰਨ ਦੀਆਂ, ਟੈਂਪਟੇਸ਼ਨਸ ਜਗਾਉਣ ਦੀਆਂ ਬਹੁਤ ਆਉਂਦੀਆਂ ਨੇ। ਬੜੇ ਬਲਵਾਨ ਦੂਤ ਨੇ। ਸਾਹਿਬਾਂ ਨੇ ਬਾਣੀ ਵਿੱਚ ਵਚਨ ਬਖਸ਼ਿਸ਼ ਕੀਤਾ ਹੈ ਵੀ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਔਰ ਇਹਦਾ ਗਰਾਸ ਇਹ ਵੀ ਕਿਹਾ ਕਿ ਉਹ ਬਣਨਗੇ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨਗੇ, ਜਿਹੜੇ ਗੁਰੂ ਦੀ ਮਤ ਲੈ ਕੇ ਗੁਰਮੁਖ ਬਣ ਕੇ ਤੁਰਨਗੇ, ਕਹਿੰਦੇ ਉਹ ਬਚ ਜਾਣਗੇ, ਉਹ ਇਸ ਦੇ ਫਾਹੀ ਤੋਂ, ਇਹਦੇ ਟਰੈਪ ਤੋਂ, ਇਹਦੇ ਚੁੰਗਲ ਤੋਂ ਬਚ ਜਾਣਗੇ। ਆਪਾਂ ਵਚਨ ਪਿਛਲੀ ਵਾਰ ਵੀ ਸਾਂਝਾ ਕੀਤਾ ਸੀ ਵੀ ਇਹ ਮਾਇਆ ਜਿਹੜੀ ਹੈ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤਲਾਇਆ। ਬਚਣ ਦੀ ਜੁਗਤ ਕੇਵਲ ਇਹੀ ਹੈ ਕਿ ਉਹ ਸੱਚੇ ਨਾਲ ਚਿੱਤ ਲਾਉਣਾ ਹੈ, ਸੱਚੇ ਨਾਲ ਸੁਰਤ ਜੋੜਨੀ ਹੈ, ਔਰ ਉਹ ਜੋੜਨ ਦੇ ਵਿੱਚ ਸਹਾਇਤਾ ਗੁਰਦੇਵ ਪਿਤਾ ਤੋਂ ਲੈਣੀ ਹੈ, ਗੁਰਦੇਵ ਮਾਤਾ ਤੋਂ ਲੈਣੀ ਹੈ, ਗੁਰਦੇਵ ਮਿੱਤਰ ਤੋਂ ਲੈਣੀ ਹੈ, ਗੁਰਦੇਵ ਜਿਹੜੇ ਰਾਖੇ ਨੇ ਸਾਡੇ ਉਹਨਾਂ ਤੋਂ ਲੈਣੀ ਹੈ। ਉਹ ਹਮੇਸ਼ਾ ਸਾਡੇ ਮਦਦਗਾਰ ਨੇ, ਬਸ਼ਰਤੇ ਕਿ ਅਸੀਂ ਮੰਗੀਏ ਸਹੀ ਦਿਲ ਕਰਕੇ, ਪੁਕਾਰ ਤਾਂ ਕਰੀਏ ਉਹਨਾਂ ਨੂੰ। ਸੋ ਇੱਕ ਤਾਂ ਗੁਰੂ ਅੱਗੇ ਪੁਕਾਰ ਕਰਨੀ ਪੈਣੀ ਹੈ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੇਂ, ਆਇਓ ਸ਼ਰਨ ਦੁਆਰੇ। ਮੇਰੇ ਚ ਆਪਣੇ ਚ ਸਮਰੱਥਾ ਨਹੀਂ ਹੈ, ਮੈਂ ਇਹਨਾਂ ਦੀਆਂ ਚਾਲਾਂ ਤੋਂ ਸਮਝ ਸਕਾਂ, ਬਚ ਸਕਾਂ। ਤੁਸੀਂ ਆਪ ਹੀ ਕਿਰਪਾ ਕਰਕੇ, ਦਇਆ ਕਰਕੇ ਬਚਾਓ। ਔਰ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜੋ ਸਾਹਿਬਾਂ ਨੇ ਸਾਨੂੰ ਸਮਝਾਇਆ, ਆਪਾਂ ਬੜੀ ਵਾਰੀ ਬਚਨ ਸਾਂਝੇ ਕੀਤੇ ਨੇ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਔਰ ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਔਰ ਇੱਕ ਬਚਨ ਜਿਹੜਾ ਆਪਾਂ ਬਹੁਤ ਵਾਰੀ ਅਕਸਰ ਸਾਂਝਾ ਕਰਦੇ ਹਾਂ ਵੀ ਗੁਰੂ ਦੇ ਬਚਨ ਜਿਹੜੇ ਨੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਉਹ ਨਿਰਗੁਣਾਂ ਨੂੰ ਪਾਰ ਉਤਾਰਾ ਕਰਨ ਦੀ ਸਮਰੱਥਾ ਰੱਖਦੇ ਨੇ। ਔਰ ਗੁਰੂ ਦਾ ਸ਼ਬਦ ਵੀ ਜਿਹੜਾ ਹੈ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਜਿਹੜਾ ਖੋਟਾ ਮਨ ਹੈ, ਬਾਹਰੋਂ ਹੋਰ ਔਰ ਅੰਦਰੋਂ ਹੋਣ ਦਾ ਦਿਖਾਵਾ ਕਰਦਾ ਹੈ, ਕਹਿੰਦੇ ਐਸੇ ਖੋਟੇ ਮਨ ਨੂੰ ਵੀ ਖਰਾ ਕਰਨ ਦੀ ਸ਼ਬਦ ਵਿੱਚ ਸਮਰੱਥਾ ਹੈ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸੋ ਸ਼ਬਦ ਨਾਲ ਜੁੜ ਕੇ ਉਸ ਮਾਲਕ ਦੇ ਨਾਮ ਰੂਪੀ ਅੰਮ੍ਰਿਤ ਰੂਪੀ ਰਸ ਨੂੰ ਚੱਖਣਾ। ਵਿਸ਼ੇ ਵਿਕਾਰਾਂ ਦੇ ਜਿਹੜੇ ਜੀਵਨ ਦਾ ਨਾਸ਼ ਕਰਨ ਵਾਲੇ ਨੇ, ਸਾਹਿਬਾਂ ਨੇ ਬਹੁਤ ਸਾਰੇ ਬਚਨਾਂ ਰਾਹੀਂ ਸਮਝਾਇਆ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਔਰ ਜਿਹੜੇ ਇਹ ਪੰਜ ਨੇ, ਇਹ ਲੱਗਦੇ ਤੇ ਮਿੱਠੇ ਨੇ, ਇਹ ਜ਼ਹਿਰ ਦੇ ਫਲ ਨੇ। ਸੋ ਇਹਨਾਂ ਨੂੰ ਤਿਆਗਣਾ, ਇਹਨਾਂ ਨੂੰ ਨਹੀਂ ਗ੍ਰਹਿਣ ਕਰਨਾ। ਆਪਾਂ ਨੂੰ ਸਾਹਿਬਾਂ ਨੇ ਜੋ ਅੰਮ੍ਰਿਤ ਰੂਪੀ ਨਾਮ ਰੂਪੀ ਫਲ ਹੈ, ਉਸ ਨੂੰ ਗ੍ਰਹਿਣ ਕਰਨਾ, ਜਿਹੜਾ ਜੀਵਨਦਾਇਕ ਹੈ, ਜਿਹੜਾ ਜੀਵਨ ਨੂੰ
मृतक को पायो तन सासा बिछरत आन मिलाया पशु प्रेत मुग्ध पए सोते हर नामा गाया। ਜਿਹੜਾ ਪਸ਼ੂਆਂ ਪ੍ਰੇਤਾਂ ਵਰਗਿਆਂ ਨੂੰ ਵੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਜਿਹੜੇ ਪੱਥਰਾਂ ਵਰਗੇ ਅਭਿਜ ਨੇ ਉਹਨਾਂ ਨੂੰ ਵੀ ਉਹ ਤਾਰਨ ਦੀ ਸਮਰੱਥਾ ਰੱਖਦਾ ਹੈ। ਸੋ ਗੁਰੂ ਦੇ ਸ਼ਬਦ ਨਾਲ ਜੁੜਾਂਗੇ, ਗੁਰੂ ਦੇ ਬਚਨਾਂ ਨੂੰ ਕਮਾਵਾਂਗੇ ਤਾਂ ਐਸੋ ਜਿਹੇ ਵਲ ਛਲ ਪਾਖੰਡ ਅਡੰਬਰਾਂ ਦੀਆਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਤੋਂ ਬਚ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਾਕਾਰਤਾ ਕਰ ਲਾਂਗੇ। ਤੇ ਸੰਖੇਪ ਜੀ ਵਿਚਾਰ ਅਲਪਮਤ ਨਾਲ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕੀਤਾ। ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਵਗੀਆਂ ਹੋਈਆਂ ਹੋਣਗੀਆਂ, ਅਣਜਾਣ ਮੂਰਖ ਜਾਣ ਕੇ ਬਖਸ਼ ਲੈਣੀਆਂ। ਤਰਸ ਕਰਕੇ ਅਸੀਸ ਬਖਸ਼ਿਸ਼ ਕਰਨਾ ਕਿ ਪਾਤਸ਼ਾਹ ਨੇ ਜਿਨ੍ਹਾਂ ਬਚਨਾਂ ਦੀ ਸਾਂਝ ਕਰਾਈ ਹੈ ਦਾਸ ਦਾ ਉਸ ਤੇ ਅਮਲ ਹੋਵੇ, ਕਥਨੀ ਤੇ ਕਰਨੀ ਦਾ ਅੰਤਰ ਨਾ ਹੋਵੇ ਤੇ ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਕੀ ਸੰਗਤ ਦੇ ਚਰਨ ਪਰਸਦੇ ਰਹਿਣ ਦਾ ਸਾਹਿਬ ਸੁਭਾਗ ਸਮਾ ਬਖਸ਼ਿਸ਼ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਇੱਕ ਵਾਰ ਫਿਰ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ